वालिए कुल आलम। चबर छतर तथा वक्त दे मालक। धन धन श्री गुरु ग्रंथ साहिब जी महाराज। तिन्हां दी पावन पवित्र मुकद्दस गोद दे विच सुभाईमान गुरु प्यारे खालसा साध संगत जीओ, वडभागे हाँ सतगुरु धन श्री गुरु ग्रंथ साहिब महाराज जी की हजूरी दे विच बैठ के अपने सवासां नूं गुरबाणी दे नाल जोड़ के सफला कर रहे हाँ। आओ हुक्म दी विचार आरंभ करन तो पहला गुरु बख्शी फतेह नाल हाजरी लवाओ जी, असीस बख्शो, कोई भी रसना वांझी ना रवे। वाहिगुरु जी का खालसा, वाहिगुरु जी की फतेह। अज दा मुबारक हुक्म रामकली राग दे विच धन श्री गुरु अर्जन साहिब जी दे मुखार बिंदु तो उचारण होया। रुत्ती सरलेख दे हेठ शब्दां दी चाल दे विच नाल श्लोकां दे रला के लिखिया होया दर्ज है। 927 पावन अंग उपर सतगुरु पातशाह जी इस अज पावन हुक्म दे विच मनुखता दे उत्ते बख्शिश करदे हुए अकाल पुरख परमात्मा जी दा ये बोल ये बचन है जिहड़ा मनुखता दी झोली दे विच पा रहे ने। रामकली महला पंजवां रुत्ती श्लोक। एक ओंकार सतगुर प्रसाद। राग रामकली है। पंचम पातशाह जी दे मुखार बिंद तो उचारण होया ये पावन शब्द। रुत्ती श्लोक। अकाल पुरख परमात्मा एक है, सर्व व्यापक है ते सतगुरु गुरु ज्ञान की कृपा के द्वारा ही ये परमात्मा प्राप्त होता है। सतगुरु कहते कर बंधन प्रभ पार ब्रह्म, बांछों साधा धूल। कहते हे अकाल पुरख परमात्मा जीओ, सबना घटां दे अंदर दी जानन वाले दाता जीओ, तैनू मैं वंदना करदा हाँ, नमस्कार करदा हाँ। बांछों भाव के मैं मंगदा हाँ, साधा धूर जिहड़े तेरी प्यारी सत संगत दे विच बैठण वाले सत संगी जन ने, उन्हां दे विच मैनू भी बैठण दा बल मिल जावे। तू कृपा कर दाता जी, बख्शिश कर कि तेरी संगत दे विच बैठ के मैं भी तैनू ध्या सकां, तैनू नमस्कार कर सकां, तेरी वडियाई गा सकां, तेरे गुणां नू उचार सकां। आप निवार हर हर भजों, नानक प्रभ भरपूर। कहते हे नानक, अपने विचों आपे नू मैं नू मार के, निवार दा अर्थ है खत्म करके, कहते मार के दूर करके मैं उस अकाल पुरख परमात्मा जी नू अपने अंदर ध्या सकां, जप सकां। हर दा अर्थ है वो अकाल पुरख परमात्मा जो साडे विचों औगणां नूं चुरा के गुणां नूं बख्शिश करदा है। हर दा अर्थ चोर भी विद्वानां ने करिया है भी हर दा अर्थ है चोर। पर एक चोर ऐसा जिहड़ा साडे विचों साडे औगण कढ लैंदा, सानू पता नहीं लगदा भी कौन लै गया, वो औगण किधर गए।
ਤੇ ਉਹ ਅਕਾਲ ਪੁਰਖ ਪਰਮਾਤਮਾ ਐਡਾ ਬਖਸ਼ਿਸ਼ਾਂ ਦਾ ਮਾਲਕ ਹੈ, ਇੰਨਾ ਸਚਿਆਰਾ ਚੰਗਾ ਚੋਰ ਹੈ ਕਿ ਉਹ ਔਗਣਾਂ ਨੂੰ ਚੁਰਾ ਕੇ ਸਾਡੇ ਵਿੱਚ ਗੁਣ ਬਖਸ਼ਿਸ਼ ਕਰ ਦਿੰਦਾ। ਨਹੀਂ, ਦੁਨੀਆ 'ਤੇ ਚੋਰ ਬਹੁਤ ਤਰ੍ਹਾਂ ਦੇ ਨੇ ਵੀ ਜਿਹੜੇ ਕੋਈ ਚੀਜ਼ ਚੁਰਾ ਤਾਂ ਲੈਂਦੇ ਨੇ ਪਰ ਦਿੰਦੇ ਨਹੀਂ ਵਾਪਸ। ਕੋਈ ਚੀਜ਼ ਨੂੰ ਚੁਰਾ ਕੇ ਉਹਦੇ ਬਦਲੇ ਕੋਈ ਹੋਰ ਚੀਜ਼ ਛੱਡ ਕੇ ਨਹੀਂ ਜਾਂਦੇ ਆਪਣੇ ਕੋਲੋਂ। ਪਰ ਅਕਾਲ ਪੁਰਖ ਪਰਮਾਤਮਾ ਐਡਾ ਦਿਆਲੂ ਹੈ, ਕਿਰਪਾਲੂ ਹੈ ਕਿ ਮਨੁੱਖ ਦੇ ਅੰਦਰੋਂ ਔਗਣ ਚੁਰਾ ਲੈਂਦਾ ਹੈ, ਕਿਉਂਕਿ ਉਹਦੀ ਅਪਾਰ ਕਿਰਪਾ ਹੈ, ਬਖਸ਼ਿਸ਼ ਹੈ। ਇਤਿਹਾਸ ਦੇ ਵਿੱਚ ਇੱਕ ਜ਼ਿਕਰ ਆਉਂਦਾ, ਪਹਿਲਾ ਨਾਮ ਹੈ ਲਛਮਣ ਦਾਸ ਜਾਂ ਮਾਧੋ ਦਾਸ ਵੀ ਕਿਹਾ ਗਿਆ, ਬੈਰਾਗੀ ਵੀ ਬਣਿਆ ਬਾਅਦ ਵਿੱਚ। ਉਹਦਾ ਪਿਤਾ ਪੁਰਖੀ ਕਰਮ ਸੀ ਕਿ ਉਹ ਜੰਗਲਾਂ ਦੇ ਵਿੱਚ ਜਾਂਦੇ ਸੀ ਤੇ ਤੀਰ ਅੰਦਾਜ਼ੀ ਦੇ ਨਾਲ ਦੂਰੋਂ ਕਿਸੇ ਵੀ ਜਾਨਵਰ ਦਾ ਸ਼ਿਕਾਰ ਕਰਕੇ ਲੈ ਕੇ ਆਉਂਦੇ ਸੀ ਤੇ ਉਹ ਸ਼ਿਕਾਰ ਕਰਕੇ ਲਿਆ ਕੇ ਫਿਰ ਉਸ ਦਾ ਮਾਸ ਸੀ ਜਿਹੜਾ ਉਹ ਖਾਂਦੇ ਸੀ ਸਾਰੇ ਪਰਿਵਾਰ ਦੇ ਵਿੱਚ। ਤੇ ਉਹਦੀ ਜਿਹੜੀ ਖੱਲ ਸੀ ਉਸ ਨੂੰ ਸੁਕਾ ਕੇ ਜਾਂ ਕਿਸੇ ਹੋਰ ਕੰਮਾਂ ਕਾਰਾਂ ਦੇ ਵਿੱਚ ਆਦਿਕ ਵਰਤ ਲੈਂਦੇ ਸੀ, ਵੇਚ ਦਿੰਦੇ ਸੀ। ਇੱਕ ਦਿਨ ਘਰ ਤੋਂ ਗਿਆ ਏ ਤੇ ਦੂਰੋਂ ਨਜ਼ਰੀ ਪਿਆ ਵੀ ਕੋਈ ਜਾਨਵਰ ਹੈ, ਤੇ ਜਾਨਵਰ ਵੀ ਇੰਝ ਪ੍ਰਤੀਤ ਹੋਇਆ ਵੀ ਕੋਈ ਹਿਰਨ ਹੈ। ਤੇ ਦੂਰੋਂ ਨਿਸ਼ਾਨਾ ਬਿੰਨ ਕੇ ਉਹ ਪੱਤੀਆਂ ਦੇ ਵਿੱਚ, ਝਾੜੀਆਂ ਦੇ ਵਿੱਚ ਹਿਲਜੁਲ ਹੁੰਦੀ ਨੂੰ ਚੰਗਾ ਕੰਨਾਂ ਦੇ ਨਾਲ ਆਵਾਜ਼ ਨੂੰ ਸੁਣ ਕੇ ਤੀਰ ਦਾ ਨਿਸ਼ਾਨਾ ਹੈ ਜਿਹੜਾ ਉਹ ਬਿੰਨ ਦਿੰਦਾ ਹੈ। ਤੇ ਜਦੋਂ ਤੀਰ ਮਾਰਿਆ ਤੇ ਉਹ ਜਿਹੜਾ ਜਾਨਵਰ ਸੀ ਉਹਦੀ ਹਿਲਜੁਲ ਬੰਦ ਹੋ ਗਈ। ਤੇ ਜਦੋਂ ਨੇੜੇ ਜਾ ਕੇ ਵੇਖਿਆ, ਉਹਨੇ ਤੜਫਦੀ ਜਿਹੜੀ ਹਿਰਨੀ ਸੀ ਉਹ ਗਰਭਵਤੀ ਸੀ। ਉਹਨੇ ਉੱਥੇ ਤੜਫਦੇ ਹੋਏ ਬੱਚਿਆਂ ਨੂੰ ਆਖਰੀ ਸਾਹਾਂ ਦੇ ਨਾਲ ਜਨਮ ਦੇ ਦਿੱਤਾ। ਉਹ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਹਜੇ ਅੱਖਾਂ ਵੀ ਨਹੀਂ ਖੋਲ੍ਹੀਆਂ ਸੀ, ਉਹ ਵੀ ਜਨਮ ਤੋਂ ਪਹਿਲਾਂ ਹੀ ਵੱਜੇ ਹੋਏ ਤੀਰ ਦੇ ਜ਼ਖਮ ਦੇ ਕਰਕੇ ਬੱਚਿਆਂ ਨੂੰ ਜਨਮ ਦਿੱਤਾ ਗਿਆ ਹਿਰਨੀ ਵੱਲੋਂ। ਤੇ ਉਹ ਬੱਚੇ ਵੀ ਉਹਦੀਆਂ ਅੱਖਾਂ ਦੇ ਸਾਹਮਣੇ ਤੜਫ ਕੇ ਮਰ ਗਏ। ਹੁਣ ਜਾਨਵਰ ਪਹਿਲਾਂ ਵੀ ਬਹੁਤ ਮਾਰੇ ਸੀ, ਪਹਿਲਾਂ ਵੀ ਹਿਰਨ ਬਹੁਤ ਮਾਰੇ ਸੀ, ਹਿਰਨੀਆਂ ਬਹੁਤ ਮਾਰੀਆਂ ਸੀ, ਹੋਰ ਜਿੰਨੇ ਜੰਗਲੀ ਜਾਨਵਰ ਸੀ ਬਹੁਤ ਮਾਰੇ ਸੀ, ਪਰ ਕਦੇ ਵੀ ਜਿਹੜਾ ਦਿਲ ਦੇ ਵਿੱਚ ਇੰਨਾ ਗਹਿਰਾ ਅਸਰ ਨਹੀਂ ਹੋਇਆ ਸੀ ਜਿੰਨਾ ਅੱਜ ਹੋਇਆ। ਹੱਥੋਂ ਤੀਰ ਸੁੱਟ ਗਿਆ, ਕਮਾਨ ਸੁੱਟ ਗਿਆ, ਅੱਖਾਂ ਦੇ ਵਿੱਚੋਂ ਹੰਝੂ ਚੱਲ ਪਏ। ਤੇ ਉਸ ਕੁਦਰਤ ਕਾਦਰ ਦੇ ਅੱਗੇ, ਮਾਲਕ ਦੇ ਅੱਗੇ, ਪਰਮਾਤਮਾ ਦੇ ਅੱਗੇ ਹੱਥ ਜੁੜ ਗਏ। ਤੇ ਉਸ ਜੰਗਲਾਂ ਦੇ ਵਿੱਚ ਉਹਨੂੰ ਇੰਝ ਪ੍ਰਤੀਤ ਹੋਇਆ ਵੀ ਇਹ ਐਡਾ ਵੱਡਾ ਪਾਪ ਜਿਹੜਾ ਤੂੰ ਕੀਤਾ ਏ, ਇਹਨਾਂ ਇੱਕ ਮਾਂ ਨੂੰ ਮਾਰ ਕੇ, ਉਹਦੇ ਬੱਚਿਆਂ ਨੂੰ ਮਾਰ ਕੇ, ਇਹ ਤੇਰਾ ਪਾਪ ਬਹੁਤ ਵੱਡਾ, ਤੇਰਾ ਇਹ ਗੁਨਾਹ ਕਦੇ ਵੀ ਕਬੂਲਿਆ ਨਹੀਂ ਜਾਵੇਗਾ, ਤੇਰਾ ਇਹ ਗੁਨਾਹ ਕਦੇ ਵੀ ਮਾਫ ਨਹੀਂ ਹੋਵੇਗਾ, ਇਸ ਗੁਨਾਹ ਦੀ ਤੈਨੂੰ ਮਾਫੀ ਕਦੇ ਨਹੀਂ ਮਿਲਣੀ। ਹੁਣ ਘਰ ਵੀ ਛੱਡ ਦਿੱਤਾ, ਜੰਗਲ ਵੀ ਛੱਡ ਦਿੱਤਾ, ਆਪਣਾ ਇਲਾਕਾ ਵੀ ਛੱਡ ਦਿੱਤਾ, ਹੋਰਾਂ ਇਲਾਕਿਆਂ ਵਿੱਚ ਚਲਿਆ ਗਿਆ। ਪਹੁੰਚਦਾ ਇੱਕ ਜੋਗੀ ਕੋਲੇ ਪਹੁੰਚਿਆ, ਉਸ ਦੀ ਸ਼ਰਨ ਵਿੱਚ ਕਾਫੀ ਸਮਾਂ ਰਿਹਾ। ਉਹਨੂੰ ਦੱਸਿਆ ਵੀ ਇੱਦਾਂ ਕਰਕੇ ਮੇਰੇ ਨਾਲ ਆਹ ਹੋਇਆ। ਉਹ ਕਹਿੰਦਾ ਕੋਈ ਗੱਲ ਨਹੀਂ, ਜ਼ਿੰਦਗੀ ਤੋਂ ਉਪਰਾਮ ਹੋਣਾ ਏ ਤੇ ਇਸ ਮਨੁੱਖਾ ਜਨਮ ਦੇ ਵਿੱਚ ਇਹ ਜਿਹੜੀਆਂ ਸੰਸਾਰਕ ਵਿਰਤੀਆਂ ਨੇ ਇਹਨਾਂ ਨੂੰ ਤਿਆਗਣਾ ਪੈਂਦਾ ਹੈ। ਪਰ ਮਨ ਦਾ ਕੋਈ ਟਿਕਾਣਾ ਮਿਲਿਆ। ਅੱਗੇ ਹੋਰ ਕੋਲੇ ਚਲਿਆ ਗਿਆ, ਉਹਦੇ ਕੋਲ ਵੀ ਜਾ ਕੇ ਟਿਕਾਣਾ ਮਿਲਿਆ। ਤੀਸਰੇ ਕੋਲ ਚਲਿਆ ਗਿਆ, ਤੀਸਰੇ ਕੋਲ ਜਾ ਕੇ ਵੀ ਮਨ ਦਾ ਟਿਕਾ ਨਹੀਂ ਮਿਲਿਆ। ਹਾਂ, ਕੁਝ ਭਗਤੀ ਕਰਕੇ, ਬੰਦਗੀ ਕਰਕੇ ਇਹ ਸੀ ਵੀ ਆਪਣੇ ਆਪ ਨੂੰ ਬਹੁਤ ਵੱਡਾ ਸਾਧੂ ਸਮਝਣ ਲੱਗ ਪਿਆ, ਸਾਧੂ ਮੰਨਣ ਲੱਗ ਪਿਆ ਵੀ ਮੇਰੇ ਵਰਗਾ ਕੋਈ ਵੱਡਾ ਸਾਧੂ ਨਹੀਂ, ਕੋਈ ਗੁਣੀ ਗਿਆਨੀ ਨਹੀਂ, ਕੋਈ ਗੈਵੀ ਤਾਕਤਾਂ ਦਾ ਮਾਲਕ ਨਹੀਂ ਹੈ। ਇਤਿਹਾਸ ਲਿਖਦਾ ਹੈ, ਕਹਿੰਦੇ ਉਹਦਾ ਹੰਕਾਰ ਇਸ ਕਦ ਤੱਕ ਚੱਲਿਆ ਗਿਆ ਸੀ ਕਿ ਉਹ ਆਪਣੇ ਤਖਤ ਦੇ ਉੱਤੇ ਬੈਠਣ ਵਾਲੇ ਬੰਦੇ ਨੂੰ, ਆਪਣੀ ਗੱਦੀ ਦੇ ਉੱਤੇ ਆ ਕੇ ਬੈਠਣ ਵਾਲੇ ਕਿਸੇ ਵੀ ਸਾਧੂ ਨੂੰ, ਫਕੀਰ ਨੂੰ ਉਹ ਬਹੁਤ ਬੁਰੀ ਤਰ੍ਹਾਂ ਤਰੀਕੇ ਨਾਲ ਹਾਰ ਦਬਾ ਕੇ ਉੱਥੋਂ ਭਜਾ ਦਿੰਦਾ ਸੀ।
ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਨੰਦੇੜ ਸਾਹਿਬ ਦੀ ਧਰਤੀ ਵੱਲ ਜਾਂਦੇ ਨੇ ਤੇ ਜਾਂਦੇ ਹੋਏ ਉਸ ਮਾਧੋ ਦਾਸ ਵੈਰਾਗੀ ਦੇ ਜਿਹੜਾ ਡੇਰਾ ਬਣਿਆ ਹੋਇਆ ਇੱਕ ਬਾਹਰ ਨਦੀ ਦੇ ਕਿਨਾਰੇ ਉੱਤੇ ਜੰਗਲਾਂ ਦੇ ਵਿੱਚ ਇੱਕ ਕੁੱਲੀ ਬਣੀ ਹੋਈ ਹੈ, ਆਸ਼ਰਮ ਬਣਿਆ ਹੋਇਆ ਹੈ, ਉਹਦੇ ਚੇਲੇ ਵੀ ਰਹਿੰਦੇ ਨੇ ਉੱਥੇ, ਆਪ ਵੀ ਰਹਿੰਦਾ ਹੈ, ਤੇ ਉਹਦੇ ਕੋਲ ਉੱਥੇ ਚਲੇ ਜਾਂਦੇ ਨੇ, ਨਾਲ ਸਿੰਘ ਨੇ, ਤੇ ਉਹ ਉੱਥੇ ਜਾ ਕੇ ਉਹਦੇ ਆਸ਼ਰਮ ਦੇ ਵਿੱਚ ਲੋਕ ਬਹੁਤ ਵਰਜਦੇ ਨੇ ਵੀ ਇੱਧਰ ਨੂੰ ਨਾ ਜਾਓ। ਉੱਥੇ ਪਹੁੰਚਦੇ ਨੇ ਲੋਕ, ਫੇਰ ਕਹਿੰਦੇ ਨੇ ਜੀ ਇੱਥੇ ਬਹੁਤ ਵੱਡਾ ਇੱਕ ਤਪੱਸਵੀ ਹੈ, ਉਹ ਇੱਦਾਂ ਹੰਕਾਰ ਦੇ ਵਿੱਚ ਭਰਿਆ ਤੁਹਾਨੂੰ ਨੁਕਸਾਨ ਕਰੇਗਾ। ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਭਾਈ ਨੁਕਸਾਨ ਤਾਂ ਅਸੀਂ ਕਰਾਉਣਾ ਹੀ ਹੈ, ਇਹ ਤਾਂ ਅਸੀਂ ਕਰਾਉਣ ਦੇ ਲਈ ਆਏ ਹਾਂ ਨਾ, ਨੁਕਸਾਨ ਤਾਂ ਅਸੀਂ ਕਰਾਉਣਾ ਹੀ ਕਰਾਉਣਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਚਲੇ ਗਏ, ਕਹਿੰਦੇ ਕੋਈ ਗੱਲ ਨਹੀਂ, ਜੋ ਹੋਵੇਗਾ ਉਹ ਦੇਖਿਆ ਜਾਵੇਗਾ। ਤੇ ਚਲੇ ਗਏ, ਤਖਤ ਤੇ ਬੈਠ ਗਏ। ਜਾ ਕੇ ਉੱਥੇ ਇਤਿਹਾਸਕਾਰ ਇਹ ਵੀ ਲਿਖਦੇ ਨੇ ਵਿਦਵਾਨ, ਕਹਿੰਦੇ ਉਹਦੇ ਆਸ਼ਰਮ ਦੇ ਵਿੱਚ ਉੱਥੇ ਜਾ ਕੇ ਕੁਝ ਜਾਨਵਰਾਂ ਨੂੰ ਸਿੰਘਾਂ ਦੇ ਵੱਲੋਂ ਝਟਕਾਇਆ ਵੀ ਗਿਆ, ਮਾਰਿਆ ਵੀ ਗਿਆ। ਤੇ ਉਹਦੇ ਜਾ ਕੇ ਚੇਲੇ ਨੇ, ਨਾਲ ਦੇ ਕੋਲ ਰਹਿੰਦੇ ਸਿਪਾਹੀ ਨੇ, ਜਦੋਂ ਜਾ ਕੇ ਮਾਧੋ ਦਾਸ ਦੇ ਕੰਨ ਦੇ ਵਿੱਚ ਇਹ ਆਵਾਜ਼ ਮਾਰੀ ਨਾ ਵੀ ਜਾ ਕੇ ਜੀ ਬਹੁਤ ਅਨਰਥ ਹੋ ਗਿਆ, ਅਨਰਥ ਹੋ ਗਿਆ, ਵੀ ਧਰਤੀ ਪਾਟ ਜਾਣੀ ਚਾਹੀਦੀ ਹੈ, ਇੱਦਾਂ ਹੋ ਜਾਣਾ ਚਾਹੀਦਾ, ਸਮੁੰਦਰ 'ਚ ਸੁਨਾਮੀਆਂ ਉੱਠ ਖੜਨੀਆਂ ਚਾਹੀਦੀਆਂ ਨੇ, ਵੀ ਕੀ ਹੋਇਆ ਕੀ। ਉਹ ਕਹਿੰਦਾ ਤੁਸੀਂ ਆਪ ਚੱਲ ਕੇ ਵੇਖ ਲਵੋ, ਜਿਹੜੇ ਆਸ਼ਰਮ ਦੇ ਵਿੱਚ ਕਦੇ ਫੁੱਲ ਟੁੱਟਿਆ ਪ੍ਰਵਾਨ ਨਹੀਂ ਸਮਝਿਆ ਜਾਂਦਾ ਸੀ, ਅੱਜ ਉਸ ਉੱਤੇ ਉਸ ਧਰਤੀ ਦੇ ਉੱਤੇ ਲਹੂ ਡੁੱਲਿਆ ਹੈ। ਤੇ ਤੁਹਾਡੇ ਤਖਤ ਦੇ ਉੱਤੇ ਕੋਈ ਬਾਹਰੋਂ ਆ ਕੇ ਬੰਦਾ ਬੈਠ ਗਿਆ ਹੈ, ਵੀ ਅਸੀਂ ਬਹੁਤ ਰੋਕਿਆ ਪਰ ਨਾ ਰੁਕਿਆ। ਉਧਰੋਂ ਅੱਗ ਬਬੂਲਾ ਆਇਆ, ਹੰਕਾਰ ਦੇ ਵਿੱਚ ਭਰਿਆ, ਅੱਖਾਂ ਲਾਲ ਕਰੀ, ਕ੍ਰੋਧ ਦੇ ਵਿੱਚ ਮੁੱਠੀਆਂ ਬੰਦ ਕਰੀ ਆਉਂਦਾ ਹੈ ਵੀ ਜਾਣ ਸਾਰ ਮੈਂ ਮੱਥੇ ਵਿੱਚ ਵੱਜਣਾ ਹੈ। ਤੇ ਜਦੋਂ ਸਾਹਮਣੇ ਆਇਆ, ਆ ਕੇ ਜਦੋਂ ਸਾਹਮਣੇ ਵੇਖਿਆ ਨਾ ਵੀ ਕੋਈ ਆਮ ਨਹੀਂ ਹੈ, ਕੋਈ ਖਾਸ ਹੈ, ਕੋਈ ਉਹ ਰੱਬੀ ਰੂਹ ਹੈ। ਤੇ ਉਹਦੇ ਅੱਖਾਂ ਦਾ ਜਿਹੜਾ ਜਲਾਉ ਸੀ ਉਹ ਥੋੜ੍ਹਾ ਘਟਿਆ, ਤੇ ਆ ਕੇ ਪੁੱਛਿਆ ਵੀ ਤੂੰ ਕੌਣ ਹੈ। ਇਹ ਇੱਕ ਆਸ਼ਰਮ ਐਸਾ ਹੈ ਵੀ ਜਿੱਥੇ ਕਿਸੇ ਤਰ੍ਹਾਂ ਦਾ ਕੋਈ ਪਾਪ ਵੀ ਨਹੀਂ ਕੀਤਾ ਜਾਂਦਾ, ਪਰ ਤੁਸੀਂ ਇਸ ਨੂੰ ਭ੍ਰਸ਼ਟ ਕਰ ਦਿੱਤਾ ਹੈ। ਇੱਥੇ ਜਾਨਵਰਾਂ ਦੀ ਰਕਤ ਡੋਲ ਕੇ, ਖੂਨ ਡੋਲ ਕੇ। ਤੇ ਦੂਜੀ ਗੱਲ ਕਹੀ, ਕਹਿੰਦੇ ਵੀ ਦੂਜਾ ਤੁਸੀਂ ਗੁਨਾਹ ਕੀਤਾ ਵੀ ਇਸ ਤਖਤ ਸਿੰਘਾਸਣ ਦੇ ਉੱਤੇ ਬੈਠ ਕੇ, ਇਹ ਮੇਰਾ ਸਿੰਘਾਸਣ ਹੈ, ਮੈਂ ਤਪੱਸਵੀ ਹਾਂ, ਜੇਕਰ ਮੇਰੀ ਤਪੱਸਿਆ ਦੇ ਸਾਹਮਣੇ ਤੁਸੀਂ ਟਿਕ ਪਾਏ ਤਾਂ ਤੁਸੀਂ ਇਸ ਸਿੰਘਾਸਣ ਤੇ ਬੈਠ ਸਕਦੇ ਹੋ, ਨਹੀਂ ਬੈਠ ਸਕਦੇ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਤੈਨੂੰ ਅੱਜ ਇਸ ਡੁੱਲੇ ਹੋਏ ਖੂਨ ਦੇ ਉੱਤੇ ਗੁੱਸਾ ਆ ਰਿਹਾ, ਕ੍ਰੋਧ ਆ ਰਿਹਾ, ਕਦੇ ਤੈਂ ਵੀ ਖੂਨ ਡੋਲਿਆ ਸੀ, ਤੇ ਤੇਰੇ ਡੋਲੇ ਹੋਏ ਖੂਨ ਦੇ ਵਿੱਚੋਂ ਇੱਕ ਨਹੀਂ, 3 4 ਕਤਲ ਹੋਏ ਸੀ ਉਸ ਸਮੇਂ। ਇੱਕ ਉਸ ਤੜਫਦੀ ਹੋਈ ਹਿਰਨੀ ਦਾ, ਤੇ ਉਸ ਦੇ 3 ਬੱਚਿਆਂ ਦਾ ਕਤਲ ਹੋਇਆ ਸੀ। ਤੇ ਅੱਜ ਇੰਨੀ ਗੱਲ ਲੰਮੇ ਸਮੇਂ ਬਾਅਦ ਸੁਣ ਕੇ ਗੋਡਿਆਂ ਪਰਨੇ ਹੋ ਡਿੱਗ ਪਿਆ। ਇਸ ਤੋਂ ਬਾਅਦ ਅੱਗੇ ਕੋਈ ਗੱਲ ਹੀ ਨਹੀਂ ਆਈ। ਕਹਿੰਦੇ ਤੈਨੂੰ ਇਹ ਡੁੱਲਾ ਹੋਇਆ ਖੂਨ ਅੱਜ ਦਿਸਦਾ ਪਿਆ ਏ, ਕਹਿੰਦੇ ਪੰਜਾਬ ਦੀ ਧਰਤੀ ਦੇ ਉੱਤੇ ਮਾਸੂਮਾਂ ਦਾ ਬਹਾਇਆ ਗਿਆ ਖੂਨ ਤੈਨੂੰ ਨਜ਼ਰ ਹੀ ਨਹੀਂ ਪਿਆ, ਕਾਹਦਾ ਤਪੱਸਵੀ ਹੈ ਤੂੰ। ਉੱਥੇ ਅਨਰਥ ਹੋ ਰਿਹਾ ਏ, ਇੱਕ ਰਾਜ ਘਰਾਣਾ ਮੁਗਲ ਰਾਜ ਉੱਥੇ ਅਨਰਥ ਕਰਦਾ ਏ, ਤੇ ਤੈਨੂੰ ਫਿਕਰ ਹੀ ਕੋਈ ਨਹੀਂ। ਬਾਹਰ ਸੰਸਾਰ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ, ਲੋਕ ਡਰੇ ਹੋਏ ਨੇ, ਸਹਿਮੇ ਹੋਏ ਨੇ, ਤੈਨੂੰ ਫਰਕ ਹੀ ਕੋਈ ਨਹੀਂ। ਬਾਹਰ ਰਾਜ ਤਖਤ ਸਿੰਘਾਸਣ ਨੇ ਜਿਹੜੇ ਉਹ ਹੰਕਾਰ ਦੇ ਵਿੱਚ ਇੱਕੋ ਧਰਮ ਨੂੰ ਫੈਲਾਉਣ ਦੇ ਚੱਕਰ ਦੇ ਵਿੱਚ ਲੋਕਾਂ ਦੇ ਅਧਿਕਾਰਾਂ ਨੂੰ ਕੁਚਲ ਰਹੇ ਨੇ, ਖਤਮ ਕਰ ਰਹੇ ਨੇ, ਤੈਨੂੰ ਫਿਕਰ ਹੀ ਕੋਈ ਨਹੀਂ। ਤੈਨੂੰ ਆਪਣੇ ਆਸ਼ਰਮ ਦੀ ਫਿਕਰ ਪਈ ਹੈ। ਤੇ ਇੰਨੀ ਜਦੋਂ ਗੱਲ ਸੁਣੀ ਨਾ, ਤੇ ਉਸ ਨੂੰ ਖੁਦ ਪਤਾ ਨਹੀਂ ਲੱਗਿਆ ਵੀ ਉਹ ਗੋਡਿਆਂ ਪਰਨੇ ਆ, ਹੱਥ ਜੁੜ ਗਏ ਨੇ।
ਇਹੀ ਤਾਂ ਮਾਲਕ ਦੀ ਤਾਕਤ ਹੈ ਨਾ, ਕਿ ਉਹਨੇ ਪਤਾ ਹੀ ਨਹੀਂ ਲੱਗਣ ਦਿੱਤਾ ਉਹਦੇ ਅੰਦਰੋਂ ਜਿਹੜਾ ਹੰਕਾਰ ਰੂਪੀ ਉਹਦਾ ਔਗਣ ਸੀ ਉਹ ਕਦੋਂ ਖਿੱਚ ਲਿਆ। ਤੇ ਹੱਥ ਜੁੜ ਕੇ ਕਹਿੰਦਾ, ਪਾਤਸ਼ਾਹ ਤੂੰ ਦੱਸ ਵੀ ਮੈਂ ਹੁਣ ਕੀ ਕਰਾਂ। ਲੰਮੀ ਵਿਚਾਰ ਚਰਚਾ ਹੁੰਦੀ ਹੈ, ਸਾਰਾ ਉਹਨੂੰ ਫਲਸਫਾ ਗੁਰਮਤਿ ਦਾ ਸਮਝਾਇਆ ਜਾਂਦਾ ਹੈ ਉੱਥੇ ਰਹਿ ਕੇ। ਤੇ ਅਗਲੇ ਦਿਨ ਜਥੇ ਦੇ ਸਮੇਤ ਉਹ ਹਾਜ਼ਰ ਹੋ ਕੇ ਆਪਣੇ ਚੇਲਿਆਂ ਦੇ ਸਮੇਤ ਗੁਰੂ ਪਾਤਸ਼ਾਹ ਜੀ ਦੇ ਅੱਗੇ ਨਤਮਸਤਕ ਹੁੰਦਾ ਹੋਇਆ ਬੇਨਤੀ ਕਰਦਾ, ਪਾਤਸ਼ਾਹ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ। ਤੇ ਅੰਮ੍ਰਿਤ ਦੀ ਦਾਤ ਲੈ ਕੇ ਉੱਥੇ ਨਾਮ 5 ਪਿਆਰਿਆਂ ਵੱਲੋਂ ਰੱਖਿਆ ਜਾਂਦਾ ਗੁਰਬਖਸ਼ ਸਿੰਘ। ਤੇ ਗੁਰੂ ਸਾਹਿਬ ਨੂੰ ਕਹਿੰਦਾ, ਪਾਤਸ਼ਾਹ ਮੈਂ ਤੇਰਾ ਬੰਦਾ ਹਾਂ, ਤੇਰੇ ਅੱਗੇ ਹਾਜ਼ਰ ਹਾਂ। ਤੇ ਉਸ ਨੂੰ ਬੰਦਾ ਬਹਾਦਰ ਦਾ ਖਿਤਾਬ ਦਿੱਤਾ ਜਾਂਦਾ ਹੈ। ਨਾਮ ਹੈ ਗੁਰਬਖਸ਼ ਸਿੰਘ, ਪਰ ਪ੍ਰਚਲਿਤ ਨਾਮ ਹੋਇਆ ਬੰਦਾ ਸਿੰਘ ਬਹਾਦਰ ਦੇ ਨਾਮ ਤੋਂ। ਬੰਦਾ ਬਣ ਗਿਆ, ਗੁਰੂ ਕਾ ਸਿੰਘ ਸੱਜ ਗਿਆ। ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ, ਤੇਰੇ ਅੰਦਰ ਜਿਹੜੀ ਬਹਾਦਰੀ ਹੈ ਇਹਨੂੰ ਲੁਕੋ ਨਾ। ਤੇ ਉੱਥੋਂ ਗੁਰੂ ਸਾਹਿਬ ਜੀ ਨੇ ਆਪਣੇ ਭੱਥੇ ਦੇ ਵਿੱਚੋਂ 5 ਤੀਰ ਬਖਸ਼ ਕੇ, 5 ਸਿੰਘ ਬਖਸ਼ ਕੇ ਉੱਥੋਂ ਪੰਜਾਬ ਵੱਲ ਨੂੰ ਭੇਜ ਦਿੱਤਾ ਵੀ ਜਾ ਕੇ ਉਹ ਮੱਚਦੀ ਹੋਈ ਹਾਹਾਕਾਰ ਨੂੰ ਆਗੂਆਂ, ਧਾਰਮਿਕ ਲੀਡਰ ਜਿਹੜੇ ਨੇ ਤੇ ਜਿਹੜੇ ਰਾਜਨੀਤਿਕ ਲੀਡਰ ਨੇ, ਉਹਨਾਂ ਦੇ ਅੰਦਰ ਜਿਹੜੀ ਲੋਕਾਂ ਪ੍ਰਤੀ ਨਫ਼ਰਤ ਹੈ ਉਹਨੂੰ ਜਾ ਕੇ ਤੂੰ ਮਾਰ, ਉਹਦਾ ਕੰਮ ਕਾਰਜ ਕਰ, ਪੰਜਾਬ ਨੂੰ ਸੰਭਾਲ। ਪੰਜਾਬ ਦੀ ਸਪੁਰਦਗੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਪਾਤਸ਼ਾਹ ਜੀ ਨੇ ਸੌਂਪ ਕੇ ਆਪ ਚਾਲੇ ਪਾ ਦਿੱਤੇ। ਗੱਲ ਹੈ ਉਹ ਮਾਲਕ ਪਰਮਾਤਮਾ ਦੇ ਵਿੱਚ ਐਡਾ ਗੁਣ ਹੈ ਕਿ ਉਹ ਔਗਣਾਂ ਨੂੰ ਚੁਰਾ ਲੈਂਦਾ ਤੇ ਗੁਣ ਬਖਸ਼ਿਸ਼ ਕਰ ਦਿੰਦਾ। ਤੇ ਜਦੋਂ ਗੁਣ ਬਖਸ਼ਿਸ਼ ਕਰਦਾ, ਸਤਿਗੁਰੂ ਦਾਤਾ ਪਿਛਲੇ ਸਾਰੇ ਕਰਮਾਂ ਦੇ ਕੀਤੇ ਹੋਏ ਔਗਣਾਂ ਨੂੰ ਬਖਸ਼ ਦਿੰਦਾ ਏ। ਉਹ ਕਿਰਪਾ ਕਰ ਦਿੰਦਾ ਹੈ, ਤਰੁੱਠ ਕੇ ਬਖਸ਼ਿਸ਼ ਕਰ ਦਿੰਦਾ ਹੈ ਕਿ ਉਹਦੇ ਸਾਰੇ ਔਗਣਾਂ ਨੂੰ ਮਾਫ ਕਰ ਦਿੰਦਾ ਹੈ। ਕਿਉਂਕਿ ਸਵੀਕਾਰ ਕਰਨਾ ਹੋਵੇਗਾ ਨਾ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਸਵੀਕਾਰ ਕਰਨਾ ਪਵੇਗਾ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਇੱਕ ਵੀ ਗੁਣ ਨਹੀਂ ਪਾਤਸ਼ਾਹ, ਔਗਣਾਂ ਦੇ ਭਰੇ ਹੋਏ। ਅੰਮ੍ਰਿਤ ਛਾੜ ਵਿਖੈ ਵਿਖ ਖਾਈ, ਅੰਮ੍ਰਿਤ ਨੂੰ ਛੱਡ ਕੇ ਮੈਂ ਜ਼ਹਿਰੀ ਜ਼ਹਿਰ ਖਾਂਦਾ ਆ ਰਿਹਾ ਹਾਂ। ਮਾਇਆ ਮੋਹ ਪਰਮ ਪੈ ਭੂਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਮੈਂ ਮਾਇਆ ਦੇ ਮੋਹ ਵਿੱਚ ਪੈ ਕੇ ਧੀਆਂ ਪੁੱਤਰਾਂ ਪਰਿਵਾਰ ਤੱਕ ਸੀਮਤ ਹੋ ਕੇ ਰਹਿ ਗਿਆ ਹਾਂ। ਅੰਮ੍ਰਿਤ ਨੂੰ ਛੱਡ ਕੇ ਮੈਂ ਜ਼ਹਿਰ ਖਾਈ ਜਾ ਰਿਹਾ ਹਾਂ। ਇਹ ਮੇਰਾ ਨੇਮ ਬਣ ਗਿਆ ਹੈ, ਕਰਮ ਬਣ ਗਿਆ ਹੈ। ਪਰ ਹੁਣ ਅਰਦਾਸ ਹੈ, ਇਹ ਸਤਿਗੁਰੂ ਦਾਤਾ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਤੁਸੀਂ ਕਿਰਪਾ ਕਰੋ, ਰੱਖ ਲਵੋ। ਕਿੱਥੇ? ਇਸ ਤੋਂ ਪਹਿਲਾਂ ਬਚਨ ਬਖਸ਼ਿਸ਼ ਕਰਦੇ ਆ ਸਤਿਗੁਰੂ ਦਾਤਾ ਜੀ, ਕਹਿੰਦੇ ਮੈਨੂੰ ਉਸ ਗੁਰੂ ਕੀ ਪਿਆਰੀ ਸੰਗਤ ਦੇ ਵਿੱਚ ਰੱਖੋ, ਜਿਸ ਸੰਗਤ ਦੇ ਵਿੱਚ ਆ ਕੇ ਹਰੇਕ ਤਰ੍ਹਾਂ ਦੀ ਤਰਾਸ, ਭੁੱਖ, ਪਿਆਸ ਮਿਟ ਜਾਂਦੀ ਹੈ। ਤੁਸੀਂ ਕਿਰਪਾ ਕਰੋ, ਮੈਨੂੰ ਉਸ ਗੁਰੂ ਕੀ ਪਿਆਰੀ ਸੰਗਤ ਦੇ ਵਿੱਚ ਰੱਖ ਲਵੋ, ਉਸ ਸੰਗਤ ਦਾ ਪਿਆਰ ਬਖਸ਼ਿਸ਼ ਕਰ ਦੇਵੋ, ਜਿਸ ਸੰਗਤ ਦੇ ਵਿੱਚ ਬੈਠ ਕੇ ਤੈਨੂੰ ਜਪ ਕੇ, ਤੈਨੂੰ ਧਿਆ ਕੇ ਮੈਂ ਇਹਨਾਂ ਵਿਕਾਰਾਂ ਤੋਂ, ਮੋਹ ਮਾਇਆ ਤੋਂ ਬਚ ਸਕਦਾ ਹਾਂ। ਨਹੀਂ ਤੇ ਪਾਤਸ਼ਾਹ ਜੀ ਮੈਂ ਇਸ ਸੰਸਾਰ ਸਾਗਰ ਦੇ ਵਿੱਚ ਔਗਣਾਂ ਦੇ ਕਰਕੇ ਡੁੱਬਦਾ ਜਾ ਰਿਹਾ ਹਾਂ। ਤੁਸੀਂ ਰਹਿਮਤਾਂ ਕਰੋ, ਕਿਰਪਾ ਕਰੋ, ਮੈਨੂੰ ਬਖਸ਼ਿਸ਼ ਕਰ ਦਿਓ, ਮੇਰੇ ਉੱਤੇ ਕਿਰਪਾ ਕਰ ਦਿਓ, ਮੈਨੂੰ ਨਿਮਾਨੜੇ ਨੂੰ, ਗਰੀਬੜੇ ਨੂੰ ਤਾਰ ਲਵੋ, ਮੈਂ ਔਗਣਾਂ ਦਾ ਭਰਿਆ ਹੋਇਆ ਹਾਂ। ਕਿਲਵਖ ਕਾਟਣ ਭੈ ਹਰਨ, ਸੁਖ ਸਾਗਰ ਹਰ ਰਾਏ। ਕਹਿੰਦੇ ਤੁਸੀਂ ਕਿਲਵਖ ਪਾਪਾਂ ਨੂੰ ਕੱਟਣ ਵਾਲੇ ਹੋ, ਭੈ ਹਰਨ ਹੋ, ਤੁਸੀਂ ਹਰੇਕ ਤਰ੍ਹਾਂ ਦੇ ਡਰ ਨੂੰ ਹਰਨ ਕਰਨ ਵਾਲੇ ਹੋ। ਸੁਖ ਸਾਗਰ ਹਰ ਰਾਏ, ਤੁਸੀਂ ਸੁੱਖਾਂ ਦੇ ਸਾਗਰ ਹੋ। ਦਾਤਾ ਜੀ ਤੁਸੀਂ ਕਿਰਪਾ ਕਰੋ, ਮੈਨੂੰ ਆਪਣੇ ਲੜ ਲਾ ਕੇ ਤਾਰ ਲਵੋ। ਦੀਨ ਦਿਆਲ ਦੁੱਖ ਭੰਜਣੋ, ਹੇ ਦਾਤਾ ਜੀ ਤੁਸੀਂ ਦੀਨ ਦਿਆਲ ਹੋ। ਤੁਸੀਂ ਦੀਨਾਂ ਉੱਤੇ, ਗਰੀਬਾਂ ਦੇ ਉੱਤੇ, ਨਿਮਾਣਿਆਂ ਦੇ ਉੱਤੇ, ਲਤਾੜਿਆਂ ਹੋਇਆਂ ਦੇ ਉੱਤੇ ਦਿਆਲ ਹੋਣ ਵਾਲੇ ਹੋ, ਕਿਰਪਾਲੂ ਹੋ। ਦੁੱਖ ਭੰਜਣੋ, ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ। ਨਾਨਕ ਨੀਤ ਧਿਆਏ, ਕਹਿੰਦੇ ਹੇ ਨਾਨਕ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਦਾ ਜਪਦਾ ਰਹੇ, ਧਿਆਉਂਦਾ ਰਹੇ।
ਉਹ ਕਿਰਪਾ ਕਰੇਗਾ, ਦਿਆਲੂ ਕਿਰਪਾਲੂ ਦਾਤਾ। ਧਿਆਉਣ ਦੇ ਨਾਲ ਹੀ ਤੇਰੇ ਦੁੱਖਾਂ ਦਾ ਨਾਸ਼ ਹੋਵੇਗਾ। ਉਹਨੂੰ ਜਪਣ ਦੇ ਨਾਲ, ਉਸ ਦਾਤੇ ਨੂੰ ਆਰਾਧਨ ਦੇ ਨਾਲ ਹੀ ਤੇਰੇ ਅੰਦਰੋਂ ਔਗਣਾਂ ਨੂੰ ਪਾਤਸ਼ਾਹ ਜੀ ਖਤਮ ਕਰ ਦੇਣਗੇ, ਤੈਨੂੰ ਗੁਣ ਬਖਸ਼ ਦੇਣਗੇ। ਅੱਗੇ ਸੰਤ ਜਸ ਗਾਵੋ ਬੜ ਭਾਗੀ ਹੋ, ਕਰ ਕਿਰਪਾ ਭਗਵੰਤ ਜੀਓ। ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ, ਹੇ ਵੱਡੇ ਭਾਗਾਂ ਵਾਲਿਓ, ਹੇ ਸਤਸੰਗੀ ਜਨੋ, ਕੀ ਕਰੋ ਤੁਸੀਂ? ਉਸ ਅਕਾਲ ਪੁਰਖ ਪਰਮਾਤਮਾ ਜੀ ਦਾ ਜਸ ਗਾਵੋ, ਤੇ ਜਸ ਗਾਉਂਦੇ ਗਾਉਂਦੇ ਉਸ ਮਾਲਕ ਪਰਮਾਤਮਾ ਜੀ ਦੇ ਵਿੱਚ ਇੱਕਮਿਕ ਹੋ ਕੇ ਜੁੜ ਜਾਓ, ਤੇ ਪਰਮਾਤਮਾ ਤੁਹਾਡੇ ਉੱਤੇ ਤਰਸ ਕਰੇਗਾ, ਮਿਹਰ ਕਰੇਗਾ। ਕਰ ਕਿਰਪਾ ਭਗਵੰਤ ਜੀ, ਕਿਉਂਕਿ ਗੁਣ ਗਾਵਤ ਤੇਰੀ ਉਤਰਸ ਮੈਲ, ਗੁਣ ਗਾਉਂਦਿਆਂ ਹੀ ਤੇਰੇ ਮਨ ਦੇ ਵਿੱਚੋਂ ਮੈਲ ਦੂਰ ਹੋਣੀ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਜੇਕਰ ਨਾਮ ਜਪਦੇ ਰਵਾਂਗੇ, ਗਾਉਂਦੇ ਰਵਾਂਗੇ, ਧਿਆਉਂਦੇ ਰਵਾਂਗੇ, ਵਡਿਆਈ ਕਰਦੇ ਰਵਾਂਗੇ, ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਜੁੜੇ ਰਹਾਂਗੇ ਅੱਠੇ ਪੈਰ, ਤਾਂ ਕਹਿੰਦੇ ਉਸ ਨੂੰ ਜਪਦੇ 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 ਜਿਹੜੀ ਮੈਲ ਹੈ ਨਾ ਦੂਰ ਹੁੰਦੀ ਜਾਵੇਗੀ। ਮੈਲਾ ਕੱਪੜਾ ਹੁੰਦਾ ਹੈ ਨਾ, ਜਿਵੇਂ ਜਿਵੇਂ ਉਹਦੇ ਉੱਤੇ ਸਾਬਣ ਘੱਸਦੀ ਜਾਂਦੀ ਹੈ, ਬੁਰਸ਼ ਘੱਸਦਾ ਜਾਂਦਾ, ਉਹਨੂੰ ਕੱਪੜੇ ਨੂੰ ਮਸਲਿਆ ਜਾਂਦਾ ਹੈ, ਉਸੇ ਤਰੀਕੇ ਨਾਲ ਹੀ ਕਹਿੰਦੇ ਇਹ ਮਨ ਦੇ ਵਿੱਚੋਂ ਮੈਲ ਲੈ ਜਾਂਦੀ ਹੈ। ਸਤਿਗੁਰੂ ਕਹਿੰਦੇ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਨਾ, ਉਹ ਬਖਸ਼ਿਸ਼ ਕਰਦਾ ਹੈ ਸੰਗਤ ਰੂਪੀ ਤੀਰਥ। ਇਸ ਗੁਰੂ ਕੀ ਪਿਆਰੀ ਸੰਗਤ ਰੂਪੀ ਤੀਰਥ ਦੇ ਉੱਤੇ ਬੈਠ ਕੇ ਕੀ ਕਰਨਾ ਹੈ? ਕਹਿੰਦੇ ਆਪਣੇ ਮਨ ਨੂੰ ਮਲ ਮਲ ਕੇ ਧੋਣਾ ਹੈ, ਮਨ ਨੂੰ ਮਲ ਮਲ ਕੇ ਧੋ ਲੈਣਾ ਹੈ, ਚੰਗੀ ਤਰ੍ਹਾਂ ਸਵਾਰ ਲੈਣਾ ਹੈ। ਜਦੋਂ ਤੂੰ ਚੰਗੀ ਤਰ੍ਹਾਂ ਮਨ ਨੂੰ ਧੋਂਦਾ ਜਾਵੇਂਗਾ, ਇਹਦੇ ਵਿੱਚੋਂ ਮੈਲ ਜਿਹੜੀ ਆ ਦੂਰ ਹੁੰਦੀ ਜਾਵੇਗੀ, ਇਹਦੇ ਵਿੱਚੋਂ ਮੈਲ ਕੱਟਦੀ ਜਾਵੇਗੀ, ਇਹਦੇ ਵਿੱਚੋਂ ਪਾਪ ਔਗਣ ਦੁੱਖ ਕਲੇਸ਼ ਜਿਹੜੇ ਸੰਸੇ ਦੁੱਖ ਨੇਗੇ, ਫਿਕਰ ਨੇ, ਤੌਖਲੇ ਨੇ, ਉਹ ਸਾਰੇ ਮਿਟਦੇ ਜਾਣਗੇ। ਪਰ ਕਦੋਂ? ਜਦੋਂ ਅਸੀਂ ਜਪਦੇ ਜਾਵਾਂਗੇ, ਜਦੋਂ ਅਸੀਂ ਜਪਦੇ ਜਾਵਾਂਗੇ। ਸਤਿਗੁਰੂ ਕਹਿੰਦੇ ਨਾ ਪਾਵਨ ਬਾਣੀ ਜਪਜੀ ਸਾਹਿਬ ਦੇ ਵਿੱਚ, ਅੰਤਰਗਤ ਤੀਰਥ ਮਲ ਨਾਓ। ਕਹਿੰਦੇ ਇਸ ਅੰਦਰਲੇ ਹਿਰਦੇ ਦੇ ਵਿੱਚ ਤੀਰਥ ਬਣਾ ਲੈ ਪਰਮਾਤਮਾ ਦੇ ਨਾਮ ਦਾ, ਤੇ ਉਸ ਨਾਮ ਰੂਪੀ ਤੀਰਥ ਦੇ ਵਿੱਚ ਮਨ ਨੂੰ ਮਲ ਮਲ ਕੇ ਧੋਈ ਜਾ ਨਿਤਾਂ ਪ੍ਰਤੀ। ਕੱਪੜਾ ਪਾਣੀ ਵਿੱਚ ਸੁੱਟ ਕੇ ਧੋਣੇ ਹੁੰਦੇ ਆ ਨਾ, ਚੰਗੀ ਤਰ੍ਹਾਂ ਮਲ ਮਲ ਕੇ। ਕਹਿੰਦੇ ਇਸ ਤਰੀਕੇ ਨਾਲ ਆਪਣੇ ਮਨ ਨੂੰ ਵੀ ਗੁਰੂ ਕੇ ਸ਼ਬਦ ਨਾਲ ਜੋੜ ਕੇ, ਸਿਮਰਨ ਨਾਲ ਜੋੜ ਕੇ, ਇਸ ਨੂੰ ਮਲ ਮਲ ਕੇ ਨਿਤਾਂ ਪ੍ਰਤੀ ਧੋਂਦਾ ਰਹੇ। ਇਹਦੇ ਵਿੱਚੋਂ ਮੈਲ ਇੱਕ ਦਿਨ ਦੂਰ ਹੋ ਜਾਵੇਗੀ, ਚਲੀ ਜਾਵੇਗੀ। ਰੁੱਤੀ ਮਹਾ ਮੂਰਤ ਘੜੀ, ਗੁਣ ਉਚਰਤ ਸੋਭਾ ਬੰਦ ਜੀਓ। ਕੋਈ ਸਮਾਂ ਨਿਸ਼ਚਿਤ ਨਹੀਂ ਹੈ ਵੀ ਆਹ ਸਮੇਂ ਤੁਸੀਂ ਕਰਨਾ ਹੈ, ਆਹ ਸਮੇਂ ਨਹੀਂ ਕਰਨਾ। ਕਈ ਇਹ ਵੀ ਵਹਿਮ ਕਰ ਜਾਂਦੇ ਆ ਵੀ ਨਹੀਂ ਜੀ, ਵੀ ਹੁਣ ਤਾਂ ਸਮਾਂ ਲੰਘ ਗਿਆ, ਵੀ ਹੁਣ ਨਹੀਂ ਅਸੀਂ ਪਾਠ ਕਰਨਾ। ਨਹੀਂ, ਗੁਰੂ ਪਾਤਸ਼ਾਹ ਜੀ ਕਹਿੰਦੇ ਕੋਈ ਸਮਾਂ ਵੀ ਨਿਸ਼ਚਿਤ ਨਹੀਂ ਹੈ ਵੀ ਤੁਸੀਂ ਕਿਹੜੇ ਸਮੇਂ ਵਿੱਚ ਪਾਠ ਕਰਨਾ। ਹਾਂ, ਦੂਜਾ ਪੱਖ ਇਹ ਵੀ ਹੈ ਕਿ ਸਾਡੇ ਜਿਹੜਾ ਸੰਵਿਧਾਨ ਹੈ, ਖਾਲਸਾ ਪੰਥ ਦਾ ਸੰਵਿਧਾਨ ਹੈ, ਰਹਿਤ ਮਰਿਆਦਾ ਹੈ, ਉਹਦੇ ਵਿੱਚ ਇਹ ਗੱਲ ਲਿਖੀ ਹੋਈ ਹੈ। ਇੱਕ ਸਾਨੂੰ ਨਿਯਮ ਦਿੱਤਾ ਗਿਆ ਵੀ ਸਵੇਰੇ ਜਿਹੜਾ ਨਿਤਨੇਮ ਹਰ ਸਿੱਖ ਨੇ ਕਰਨਾ ਹੈ, ਤੇ ਸ਼ਾਮ ਨੂੰ ਕਰਨਾ ਹੈ, ਤੇ ਰਾਤ ਨੂੰ ਸੌਣ ਲੱਗੇ ਕਰਨਾ ਹੈ। ਸਵੇਰ ਦੀਆਂ ਬਾਣੀਆਂ ਦੇ ਵਿੱਚ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ, ਹਮਰੀ ਕਰੋ ਹਾਥ ਦੇ ਰੱਛਾ ਵਾਲੀ, ਤੇ ਅੱਗੇ ਆਨੰਦ ਸਾਹਿਬ ਦੀ ਬਾਣੀ। ਇਹ ਪੰਜਾਂ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ ਕਰਨਾ। ਇਹ ਪੰਜਾਂ ਬਾਣੀਆਂ ਦੇ ਨਾਲ ਨਾਲ ਜੇ ਕਿਸੇ ਕੋਲੇ ਵੱਧ ਸਮਾਂ ਤਾਂ ਨਿਤਾਂ ਪ੍ਰਤੀ ਆਸਾ ਦੀ ਵਾਰ ਦਾ ਨਿਤਨੇਮ ਵੀ ਕਰਨਾ ਹੈ। ਕੀਰਤਨ ਰੂਪ ਦੇ ਵਿੱਚ ਸੁਣ ਲਓ, ਕੀਰਤਨ ਕਰਨਾ ਆਉਂਦਾ ਕੀਰਤਨ ਰੂਪ ਦੇ ਵਿੱਚ ਕਰ ਲਓ, ਨਹੀਂ ਤੇ ਆਪਣੇ ਜੀਵਨ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਕਰਨਾ ਹੀ ਕਰਨਾ। ਇਹ ਵੀ ਨਾਲ ਹੈ ਜਿਹਦੇ ਕੋਲੇ ਸਮਾਂ, ਨਹੀਂ ਤਾਂ ਉਸ ਤੋਂ ਘੱਟ ਹੈ ਜਿਹੜਾ ਵੀ ਇਹ ਪੰਜਾਂ ਬਾਣੀਆਂ ਦਾ ਨਿਤਨੇਮ ਹਰੇਕ ਸਿੱਖ ਨੇ ਕਰਨਾ ਹੈ। ਤੇ ਸ਼ਾਮ ਨੂੰ ਸੂਰਜ ਡੁੱਬਣ ਦੇ ਉੱਤੇ ਸੋਧਰ ਬਾਣੀ ਦਾ,
ਰਹਿ ਰਾਸ ਸਾਹਿਬ ਜੀ ਦੇ ਸੋਧਰ ਦੇ ਸਿਰਲੇਖ ਹੇਠ ਤੇ ਸੋ ਪੁਰਖ ਦੇ ਸਿਰਲੇਖ ਹੇਠ ਦਰਜ 9 ਸ਼ਬਦ ਨੇ। ਨਾਲ ਚੌਪਈ ਸਾਹਿਬ ਹੈ, ਫਿਰ ਮੁੰਦਾਵਣੀ ਆਨੰਦ ਸਾਹਿਬ ਦੀਆਂ 6 ਪੌੜੀਆਂ, ਮੁੰਦਾਵਣੀ ਹੈ ਤੇ ਸਲੋਕ ਹੈ, ਉਹਨੂੰ ਵੀ ਪੜ੍ਹਨਾ ਹੈ। ਅਤੇ ਉਸ ਤੋਂ ਬਾਅਦ ਸੋਹਿਲਾ ਸਾਹਿਬ ਦੇ ਸ਼ਬਦ ਨੇ, ਉਹਨਾਂ ਦਾ ਸੌਣ ਵੇਲੇ ਉਚਾਰਨ ਕਰਨਾ ਹੈ, ਜਾਪ ਕਰਨਾ। ਸੋਧਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ। ਭਾਈ ਗੁਰਦਾਸ ਜੀ ਵਰਣਨ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦੇ ਮੁਤਾਬਕ। ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਵਿੱਚ ਸੋਧਰ ਆਰਤੀ ਗਾਵੀ ਹੈ। ਸੋਧਰ ਦੇ ਸ਼ਬਦ ਸੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ, ਉਹਨਾਂ ਦਾ ਪਾਠ ਹੁੰਦਾ ਸੀ। ਆਰਤੀ ਦਾ ਅਰਥ ਹੈ ਸੋਹਿਲਾ ਸਾਹਿਬ ਨੂੰ ਸੌਣ ਵੇਲੇ ਪੜ੍ਹਿਆ ਜਾਂਦਾ ਸੀ। ਅੰਮ੍ਰਿਤ ਵੇਲੇ ਜਾਪ ਉਚਾਰਾ, ਅੰਮ੍ਰਿਤ ਦੇ ਵੇਲੇ ਜਪਜੀ ਦਾ ਉਚਾਰਨ ਕੀਤਾ ਜਾਂਦਾ ਸੀ। ਇਸ ਤੋਂ ਵੱਧ ਫਿਰ ਗੁਰਬਾਣੀ ਨੇ ਇਹ ਵੀ ਗੱਲ ਕਹੀ ਹੈ, ਕਹਿੰਦੇ ਜੇਕਰ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਜੇ ਵੇਲਾ ਵਕਤ ਵਿਚਾਰਾਂਗੇ ਫਿਰ ਕਿਹੜੇ ਵੇਲੇ ਭਗਤੀ ਕਰਾਂਗੇ? ਫਿਰ ਤਾਂ ਵਹਿਮ ਦੇ ਵਿੱਚ ਪੈ ਜਾਵਾਂਗੇ ਵੀ ਆਹ ਸਮਾਂ ਨਹੀਂ ਹੈ ਜੀ, ਆਹ ਸਮਾਂ ਨਹੀਂ ਹੈ ਜੀ। ਸਾਡੇ ਵਿੱਚ ਚੱਲਦਾ ਹੈ ਨਾ ਆਮ ਕਰਕੇ। ਦੇਖੋ ਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਬਚਨ ਵਿੱਚ ਵੀ ਇਹ ਸਪਸ਼ਟ ਕਰ ਦਿੱਤਾ ਵੀ ਰੁੱਤਾਂ ਦੇ ਵਿੱਚ, ਮਾਹਾਂ ਮਹੀਨੇ ਦੇ ਵਿੱਚ, ਮੂਰਤ ਦਾ ਅਰਥ ਹੈ ਮਹੂਰਤ। ਕਈ ਵਾਰ ਇਹ ਵੀ ਹੁੰਦਾ ਨਾ ਵੀ ਅਸੀਂ ਮਹੂਰਤ ਦੇਖਦੇ ਹਾਂ ਵੀ ਇਹ ਹੁਣ ਸਮਾਂ ਚੰਗਾ ਹੈ ਜਾਂ ਮਾੜਾ ਹੈ, ਜਾਂ ਮਹੂਰਤ ਕਢਾਉਣੇ ਆ ਵੀ ਇਹ ਮਹੂਰਤ ਚੰਗਾ ਬਣੂਗਾ, ਅਸੀਂ ਪ੍ਰੋਗਰਾਮ ਕਰਨਾ, ਕੋਈ ਆਨੰਦ ਕਾਰਜ ਹੈ, ਕੋਈ ਖੁਸ਼ੀ ਦਾ ਹੈ, ਕੋਈ ਵੀ ਪ੍ਰੋਗਰਾਮ ਹੈ, ਅਸੀਂ ਸਪੈਸ਼ਲ ਜੰਤਰੀਆਂ ਤੋਂ ਦੇਖ ਕੇ ਮਹੂਰਤ ਕਢਵਾਉਣੇ ਆ ਵੀ ਮਹੂਰਤ ਕਢਵਾ ਲਈਏ ਜੀ, ਕਿਹੜਾ ਸਮਾਂ ਸਹੀ ਹੈ ਸਾਡੇ ਲਈ, ਕਿਹੜਾ ਦਿਨ ਚੰਗਾ ਹੈ। ਹੁਣ ਗੁਰੂ ਪਾਤਸ਼ਾਹ ਜੀ ਇੱਥੇ ਕਹਿੰਦੇ ਹਰੇਕ ਮਹੀਨਾ, ਹਰੇਕ ਰੁੱਤ, ਹਰੇਕ ਘੜੀ, ਹਰੇਕ ਮਹੂਰਤ, ਹਰੇਕ ਪਲ, ਸਮਾਂ, ਚੱਸਾ ਜਿੰਨਾ ਵੀ ਹੈ, ਗੁਣ ਉਚਰਤ ਸ਼ੋਭਾਵੰਤ ਜੀਓ। ਜੇਕਰ ਇਹਨਾਂ ਸਮਿਆਂ ਦੇ ਵਿੱਚ ਗੁਣ ਉਚਰੇ ਜਾਂਦੇ ਨੇ ਨਾ, ਪਰਮਾਤਮਾ ਦਾ ਨਾਮ ਧਿਆਇਆ ਜਾਂਦਾ ਹੈ, ਤਾਂ ਉਹ ਸਾਰਾ ਸਮਾਂ ਚੰਗਾ ਹੈ। ਜੇਕਰ ਨਹੀਂ ਧਿਆਇਆ ਜਾਂਦਾ ਪਰਮਾਤਮਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ, ਉਹ ਕਲਯੁਗ ਹੈ। ਸਤਯੁਗ ਉਹ ਹੈ ਜਿਸ ਸਮੇਂ ਦੇ ਵਿੱਚ ਅਸੀਂ ਪਰਮਾਤਮਾ ਨੂੰ ਧਿਆ ਰਹੇ ਹਾਂ, ਜਪ ਰਹੇ ਹਾਂ, ਉਹ ਸਾਡੇ ਲਈ ਸਤਯੁਗ ਹੈ। ਜੇਕਰ ਨਹੀਂ ਧਿਆ ਰਹੇ, ਨਹੀਂ ਸਿਮਰ ਰਹੇ, ਤਾਂ ਕਹਿੰਦੇ ਉਹ ਮਾਲਕ ਪਰਮਾਤਮਾ ਦੇ ਗੁਣਾਂ ਤੋਂ ਬਿਨਾਂ ਸਾਡਾ ਸਮਾਂ ਜਿਹੜਾ ਹੈ ਉਹ ਕਲਯੁਗ ਬਣ ਜਾਂਦਾ ਹੈ, ਉਹ ਸਮਾਂ ਵਿਅਰਥ ਚਲਿਆ ਜਾਂਦਾ। ਸਤਿਗੁਰੂ ਕਹਿੰਦੇ ਜਿਹਬਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟੀ ਹੈ। ਕਹਿੰਦੇ ਉਹ ਜ਼ੁਬਾਨ ਵੱਢ ਦੇਣੀ ਚਾਹੀਦੀ ਹੈ ਜਿਹੜੀ ਨਾਮ ਨਹੀਂ ਜਪਦੀ। ਸਤਿਗੁਰੂ ਕਹਿੰਦੇ ਰੇ ਜੀ ਨਿਲਜ ਲਾਜ ਤੋਹੇ ਨਾਹੀ, ਹਰ ਤਜ ਕਰ ਕਤ ਕਾਹੂ ਕੇ ਜਾਹੀ। ਕਹਿੰਦੇ ਹੇ ਜੀਵ, ਹੇ ਭੈੜੇ ਮਨੁੱਖ, ਰੇ ਜੀ ਨਿਲਜ, ਹੇ ਬੇਸ਼ਰਮ ਜੀਵ, ਇਹਦੇ ਅਰਥ ਇਹ ਬਣਦੇ ਨੇ। ਰੇ ਜੀ ਨਿਲਜ, ਹੇ ਬੇਸ਼ਰਮ ਜੀਵ, ਪ੍ਰਾਣੀ, ਤੈਨੂੰ ਚੱਜ ਨਹੀਂ ਹੈ, ਤੈਨੂੰ ਸ਼ਰਮ ਨਹੀਂ ਆਉਂਦੀ। ਲਾਜ ਤੋਹੇ ਨਾਹੀ, ਤੈਨੂੰ ਸ਼ਰਮ ਨਹੀਂ ਆਉਂਦੀ। ਹੁਣ ਬੰਦਾ ਪੁੱਛੇਗਾ ਸਤਿਗੁਰੂ ਕਾਹਦੇ ਲਈ? ਵੀ ਸ਼ਰਮ ਤਾਂ ਆਉਂਦੀ ਹੈ ਮੈਨੂੰ, ਮੈਂ ਮਨੁੱਖ ਹਾਂ, ਮੈਨੂੰ ਸ਼ਰਮ ਦਾ ਵੀ ਪਤਾ, ਬੇਸ਼ਰਮੀ ਦਾ ਵੀ ਪਤਾ, ਮੈਨੂੰ ਦੋਨੇ ਚੀਜ਼ਾਂ ਦਾ ਪਤਾ ਹੈ, ਪਰ ਕਾਹਦੇ ਲਈ? ਕਹਿੰਦੇ ਹਰੀ ਪਰਮਾਤਮਾ ਨੂੰ ਛੱਡ ਕੇ, ਹਰ ਤਜ ਕਰ ਕਤ ਕਾਹੂ ਕੇ ਜਾਹੀ, ਕਿਸੇ ਹੋਰ ਦੇ ਪੱਲੇ ਕਿਉਂ ਪੈ ਰਿਹਾ? ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੇ ਪੱਲੇ ਕਿਉਂ ਪੈ ਰਿਹਾ? ਗੁਰੂ ਪਾਤਸ਼ਾਹ ਜੀ ਦਾ ਬਾਣੀ ਦੇ ਵਿੱਚ ਸਖਤ ਉਲੰਭਾ ਹੈ ਸਾਨੂੰ, ਮਨੁੱਖ ਨੂੰ, ਹਰੇਕ ਪ੍ਰਾਣੀ ਨੂੰ, ਚਾਹੇ ਉਹ ਇਸਤਰੀ ਹੈ ਚਾਹੇ ਪੁਰਸ਼ ਹੈ, ਹਰੇਕ ਨੂੰ ਇਹ ਉਲੰਭਾ ਹੈ ਵੀ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਨੂੰ ਮੰਨਣਾ ਬਸ਼ਰਮਾਂ ਵਾਲਾ ਕੰਮ ਹੈ। ਅਤੇ ਅਸੀਂ ਸਤਿਗੁਰੂ ਦਾਤਾ ਜੀ ਬਸ਼ਰਮ ਨਹੀਂ ਬਣਨਾ, ਅਸੀਂ ਹਮੇਸ਼ਾ ਸ਼ਰਮ ਦੇ ਵਿੱਚ ਰਹਿਣਾ ਹੈ, ਤੇਰੇ ਭੈ ਅਦਬ ਦੇ ਵਿੱਚ ਰਹਿਣਾ ਹੈ। ਇਸੇ ਕਰਕੇ ਅਸੀਂ ਤੈਨੂੰ ਧਿਆਉਂਦੇ ਰਹਿਣਾ। ਹਰੇਕ ਸਮਾਂ ਚੰਗਾ ਹੈ ਜੇਕਰ ਪਰਮਾਤਮਾ ਦੇ ਗੁਣ ਗਾਏ ਜਾ ਰਹੇ ਨੇ, ਨਹੀਂ ਤੇ ਜਿੰਨਾ ਮਰਜ਼ੀ ਕੋਈ ਵਿਚਾਰੀ ਜਾਵੇ ਵੀ ਇਹ ਪਾਉਣ ਆ ਜੀ, ਇਹ ਸਵਾਈ ਹੈ ਜੀ, ਇਹ ਸਾਢੇ ਹੋ ਗਿਆ ਜੀ, ਇਹ ਪੂਰਾ ਹੋ ਗਿਆ, ਇਹ ਦੁਪਹਿਰਾ ਹੋ ਗਿਆ, ਇਹ ਆਥਣ ਹੋ ਗਿਆ, ਇਹਦੇ ਨਾਲ ਕੋਈ ਮਤਲਬ ਨਹੀਂ। ਉਹ ਵਹਿਮਾਂ ਦੇ ਵਿੱਚ ਹੀ ਰਹੇਗਾ ਬੰਦਾ। ਵਹਿਮ ਛੱਡ ਕੇ ਚੱਲਾਂਗੇ ਤਾਂ ਸਾਰੇ ਕਾਰਜ ਆਪੇ ਸਤਿਗੁਰੂ ਰਾਸ ਕਰੇਗਾ।
ਹੁਣ ਆਪਾਂ ਕਹਿਣੇ ਤਾਂ ਸਤਿਗੁਰੂ ਅੱਗੇ ਆ ਨਾ ਵੀ ਸਤਿਗੁਰੂ ਦਾਤਾ, ਵੀ ਅਸੀਂ ਅਰਦਾਸ ਵੀ ਕਰਾਉਂਦੇ ਹਾਂ ਵੀ ਸਤਿਗੁਰੂ ਦਾਤਾ ਤੁਸੀਂ ਕਿਰਪਾ ਕਰਿਓ, ਅਸੀਂ ਆਹ ਕਾਰਜ ਆਰੰਭ ਕੀਤਾ। ਸਿੱਖ ਦਾ ਕਰਮ ਵੀ ਹੈ, ਫਰਜ਼ ਵੀ ਹੈ, ਕਿਉਂਕਿ ਜਿਹੜੀ ਵੀ ਕੋਈ ਜੀ ਦੀ ਵਿਰਥਾ ਹੈ ਕਾਰਜ ਲਈ ਹੈ ਤਾਂ ਉਹਦੇ ਲਈ ਸਤਿਗੁਰੂ ਨੂੰ ਹੀ ਕਹਿਣਾ ਹੈ, ਕਿਉਂਕਿ ਕਾਰਜ ਸਾਡੇ ਸਤਿਗੁਰੂ ਨੇ ਹੀ ਸਵਾਰਨੇ ਨੇ। ਸਿੱਖ ਦਾ ਫਰਜ਼ ਹੈ, ਧਰਮ ਦਾ ਕਰਮ ਹੈ ਕਿ ਉਹਨੇ ਸਤਿਗੁਰੂ ਅੱਗੇ ਅਰਦਾਸ ਕਰਕੇ ਹੀ ਹਰੇਕ ਕੰਮ ਸ਼ੁਰੂ ਕਰਨਾ ਹੈ। ਉਹ ਕੰਮ ਕਿਹੋ ਜਿਹਾ ਵੀ ਹੋਵੇ, ਉਹ ਕੰਮ ਕਿੰਨਾ ਵੀ ਸੌਖਾ ਹੋਵੇ, ਕਿੰਨਾ ਵੀ ਔਖਾ ਹੋਵੇ, ਨਿਤਾਂ ਪ੍ਰਤੀ ਸਿੱਖ ਦੀ ਅਰਦਾਸ ਸਿਰਫ ਗੁਰੂ ਅੱਗੇ ਹੋਣੀ ਚਾਹੀਦੀ ਹੈ, ਸਮਾਂ ਦੇਖ ਕੇ ਨਹੀਂ ਹੋਣੀ ਚਾਹੀਦੀ। ਹੁਣ ਪਹਿਲਾਂ ਮਹੂਰਤ ਵੀ ਕਢਾਏ ਜਾਂਦੇ ਨੇ ਜੀ, ਫਲਾਨਾ ਦਿਨ ਇਸ ਜੰਤਰੀ ਦੇ ਮੁਤਾਬਕ ਸਹੀ ਹੈ, ਗ੍ਰਹਿਾਂ ਦੇ ਮੁਤਾਬਕ ਸਹੀ ਹੈ, ਇੰਨੇ ਵੱਜ ਕੇ ਇੰਨੇ ਮਿੰਟ ਉੱਤੇ ਤੁਸੀਂ ਆਹ ਕਾਰਜ ਕਰਨਾ। ਦੂਜੇ ਪਾਸੇ ਅਸੀਂ ਇੱਕ ਰੀਤੀ ਰਿਵਾਜ ਵੀ ਤਰ੍ਹਾਂ ਸਿਰਫ ਬੱਧਾ ਚੱਟੀ ਦੇ ਦੌਰਾਨ ਅਸੀਂ ਅਰਦਾਸ ਵੀ ਕਰਾ ਲੈਂਦੇ ਹਾਂ ਵੀ ਕੱਲ੍ਹ ਨੂੰ ਕਿਤੇ ਕੋਈ ਇਹ ਨਾ ਕਹਦੇ ਵੀ ਸਿੱਖ ਸੀ ਤੂੰ ਅਰਦਾਸ ਨਹੀਂ ਕਰਾਈ। ਅਸੀਂ ਅਰਦਾਸ ਵੀ ਕਰਾ ਲੈਂਦੇ ਹਾਂ ਵੀ ਅਰਦਾਸ ਵੀ ਕਰ ਦਿਓ ਜੀ, ਗੁਰਦੁਆਰਾ ਸਾਹਿਬ ਕਰਾ ਲੈਂਦੇ ਹਾਂ ਜਾਂ ਘਰੇ ਕਰਾ ਲੈਂਦੇ ਹਾਂ ਵੀ ਅਰਦਾਸ ਵੀ ਕਰ ਲਈਏ ਵੀ ਜੀ ਆਹ ਕਾਰਜ ਅਸੀਂ ਆਰੰਭ ਕੀਤਾ, ਵੀ ਭਾਈ ਇਹ ਕਾਰਜ ਦੀ ਮੋਹਰ ਤਾਂ ਪਹਿਲਾਂ ਹੀ ਤੁਸੀਂ ਲਵਾਈ ਬੈਠੇ ਹੋ, ਫਿਰ ਗੁਰੂ ਨੂੰ ਕਾਹਦੇ ਲਈ? ਜਾਂ ਤਾਂ ਗੁਰੂ ਅਪਣਾ ਲਵੋ ਜਾਂ ਦੂਜੀਆਂ ਰੀਤਾਂ ਅਪਣਾ ਲਵੋ, ਗੱਲਾਂ ਹੀ ਦੋ ਨੇ ਨਾ। ਗੁਰੂ ਪਾਤਸ਼ਾਹ ਨੇ ਤੀਜੀ ਗੱਲ ਤਾਂ ਕੀਤੀ ਹੋਈ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਾਂ ਇਸ ਪਾਸੇ ਹੋ ਜਾ ਭਾਈ ਜਾਂ ਉਸ ਪਾਸੇ ਹੋ ਜਾ, ਸਪਸ਼ਟ ਰੂਪ ਦੇ ਵਿੱਚ ਹੋ ਜਾ, ਦੁਚਿੱਤੀ ਵਿੱਚ ਨਾ ਰਹਿ, ਦੁਬਿਧਾ ਦੇ ਵਿੱਚ ਨਾ ਪੈ, ਕਿਉਂਕਿ ਦੁਬਿਧਾ ਵਿੱਚ ਪਾਤਸ਼ਾਹ ਜੀ ਕਹਿੰਦੇ ਮਨ ਦੇ ਅੰਦਰ ਪਰਮਾਤਮਾ ਦੇ ਵਿਛੋੜੇ ਪ੍ਰਤੀ ਵੈਰਾਗ ਪੈਦਾ ਨਹੀਂ ਹੁੰਦਾ। ਦੁਬਿਧਾ ਵਿੱਚ ਵੈਰਾਗ ਨਾ ਹੋਵੇ, ਦੁਬਿਧਾ ਦੇ ਵਿੱਚ ਵੈਰਾਗ ਪੈਦਾ ਨਹੀਂ ਹੁੰਦਾ, ਕਿਉਂਕਿ ਦੋ ਚਿੱਤੀ ਹੈ, ਨਾ ਸਤਿਗੁਰੂ 'ਤੇ ਭਰੋਸਾ ਹੈ ਨਾ ਦੂਜੇ ਪਾਸੇ ਹੈ, ਬੰਦਾ ਕਿਸੇ ਪਾਸੇ ਨਹੀਂ ਖੜਦਾ। ਸਤਿਗੁਰੂ ਕਹਿੰਦੇ ਜੇਕਰ ਤੂੰ ਆਪਣਾ ਕਾਰਜ ਸਵਾਰਨਾ ਹੈ ਨਾ ਤਾਂ ਗੁਰੂ ਦੇ ਹਵਾਲੇ ਛੱਡ ਦੇ, ਫਿਰ ਚਾਹੇ ਦਿਨ ਚੰਗਾ ਹੈ ਚਾਹੇ ਮਾੜਾ ਹੈ, ਚਾਹੇ ਸਮਾਂ ਪਾਉਣ ਵਿੱਚ ਹੈ ਚਾਹੇ ਸਵਾਈ ਵਿੱਚ ਹੈ, ਕੁਝ ਵੀ ਹੈ, ਕੋਈ ਪਰਵਾਹ ਨਹੀਂ, ਕੋਈ ਫਿਕਰ ਨਹੀਂ। ਫਿਰ ਵਿਚਾਰ ਹਰ ਪੱਖ ਤੋਂ ਕਰੀ ਜਾਂਦੀ ਹੈ ਜੀ, ਨਹੀਂ ਇਹ ਖੁਸ਼ੀ ਦਾ ਪ੍ਰੋਗਰਾਮ ਹੈ, ਇਹਦੇ ਵਿੱਚ ਕਾਲਾ ਕੱਪੜਾ ਨਹੀਂ ਬੰਨਣਾ ਗਾ। ਇੱਦਾਂ ਵੀ ਹੁੰਦੀਆਂ ਨਾ, ਬੰਦਿਸ਼ਾਂ ਹੁੰਦੀਆਂ ਨੇ ਵੀ ਨਹੀਂ ਨਹੀਂ ਕਾਲਾ ਕੱਪੜਾ ਨਾ ਵਿਆਹ ਵਾਲੇ ਮੁੰਡੇ ਨੂੰ ਜ਼ਿਆਦਾ ਕਿਹਾ ਜਾਂਦਾ, ਨਾ ਨਾ ਤੂੰ ਕਾਲਾ ਕੱਪੜਾ ਨਾ ਪਾਈ ਨਹੀਂ ਤਾਂ ਕੰਮ ਗਲਤ ਹੋ ਜੂ, ਅਪਸ਼ਗਨ ਹੋ ਜੂ। ਕਿਉਂ ਬਈ, ਕੀ ਗੱਲ? ਜਿਹੜੀ ਗੱਡੀ ਵਿੱਚ ਬੈਠ ਕੇ ਉਸ ਲਾੜੇ ਨੇ ਜਾਣਾ, ਉਹ ਗੱਡੀ ਦੇ ਟਾਇਰ ਵੀ ਤਾਂ ਕਾਲੇ ਨੇ ਨਾ। ਜਿਹੜੀ ਸੜਕ ਉੱਤੇ ਗੱਡੀ ਭੱਜਣੀ ਉਹ ਸੜਕ ਵੀ ਤਾਂ ਕਾਲੀ ਹੈ ਨਾ, ਲੁੱਕ ਦੀ ਬਣੀ ਹੋਈ, ਬਜਰੀ ਦੀ ਬਣੀ ਹੋਈ। ਫਿਰ ਤੁਸੀਂ ਕਿਵੇਂ ਅਗਰ ਵਾਲ ਵੀ ਕੇਸ ਵੀ ਤਾਂ ਕਾਲੇ ਨੇ, ਫਿਰ ਕੇਸ ਕੱਟ ਕੇ ਲੈ ਕੇ ਜਾਵਾਂਗੇ, ਸਿਰ ਰੁੰਡ ਮੁੰਨ ਕਰਕੇ ਲੈ ਕੇ ਜਾਵਾਂਗੇ। ਸਮਝਣ ਦਾ ਹੈ ਨਾ, ਜੇਕਰ ਕੱਪੜਾ ਕਾਲਾ ਹੈ, ਕਾਲਾ ਮਾੜਾ ਕੱਪੜਾ ਹੈ, ਫਿਰ ਸੰਸਾਰ ਦੇ ਵਿੱਚ ਬਣਿਆ ਕਿਉਂ? ਕਾਲੀ ਰਾਤ ਹੈ, ਫਿਰ ਤਾਂ ਰਾਤ ਵੀ ਨਹੀਂ ਹੋਣੀ ਚਾਹੀਦੀ। ਫਿਰ ਤਾਂ ਸਾਰੇ ਪੱਖਾਂ ਤੋਂ ਸੋਚਣਾ ਪਵੇਗਾ ਨਾ, ਸਾਨੂੰ ਵਿਚਾਰਨਾ ਪਵੇਗਾ। ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਆਲੇ ਦੁਆਲੇ ਕਾਲੇ ਦੇ ਨਾਲ ਕਾਲਸ ਨਾਲ ਕਾਲੀਆਂ ਨੇ, ਭਰੀਆਂ ਹੋਈਆਂ ਨੇ, ਪਰ ਅਸੀਂ ਵਿਚਾਰਨਾ ਕੀ ਹੈ? ਅਸੀਂ ਵਿਚਾਰਨਾ ਹੈ ਵੀ ਅਸੀਂ ਆਪਣਾ ਆਪ ਗੁਰੂ ਨੂੰ ਸੌਂਪ ਦਿੱਤਾ, ਹੁਣ ਸਾਡਾ ਗੁਰੂ ਹੈ। ਚਾਹੇ ਮੂਹਰੇ ਬਿੱਲੀ ਲੰਘ ਜਾਵੇ ਤੇ ਚਾਹੇ ਮੂਹਰੇ ਸ਼ੇਰ ਲੰਘ ਜਾਵੇ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਸਾਡਾ ਮਨ ਬਲਵਾਨ ਹੈ, ਮਨ ਬਲਵਾਨ ਹੈ। ਸਾਨੂੰ ਕੋਈ ਮਤਲਬ ਨਹੀਂ, ਕੋਈ ਚੀਜ਼ ਛੋਟੀ ਹੈ ਕੋਈ ਵੱਡੀ ਹੈ, ਉਹ ਚੰਗੀ ਹੈ ਕਿ ਮਾੜੀ ਹੈ। ਜੇਕਰ ਅਸੀਂ ਆਪ ਚੰਗੇ ਹਾਂ ਤਾਂ ਸਾਰਾ ਕੁਝ ਚੰਗਾ ਹੈ, ਜੇਕਰ ਅਸੀਂ ਆਪ ਮਾੜੇ ਹਾਂ ਤੇ ਸਾਰਾ ਕੁਝ ਮਾੜਾ ਹੈ। ਜੇਕਰ ਅਸੀਂ ਆਪ ਚੰਗੇ ਬਣਾਂਗੇ ਤਾਂ ਸਾਰਾ ਕੁਝ ਚੰਗਾ ਹੀ ਰਹੇਗਾ, ਜੇਕਰ ਅਸੀਂ ਆਪ ਮਾੜੇ ਹਾਂ, ਸਾਡੀ ਵਿਚਾਰ ਮਾੜੀ ਹੈ, ਸੋਚ ਮਾੜੀ ਹੈ, ਤਾਂ ਸਾਡੇ ਅੰਦਰ ਵਹਿਮ ਭਰਮ ਵੀ ਮਾੜੇ ਹੀ ਪੈਦਾ ਹੋਣਗੇ, ਜਿਸ ਕਰਕੇ ਸਾਡੀ ਮਾਨਸਿਕ ਜਿਹੜੀ ਕਮਜ਼ੋਰੀ ਹੈ ਨਾ ਉਹ ਵੱਧਦੀ ਜਾ ਰਹੀ ਹੈ ਦਿਨ ਪ੍ਰਤੀ ਦਿਨ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਅੱਗੇ ਪਾਤਸ਼ਾਹ ਜੀ ਕਹਿੰਦੇ ਗੁਣ ਰੰਗ ਰਾਤੇ ਧਨ ਤੇ ਜਨ ਜਿਨੀ ਇੱਕ ਮਨ ਧਿਆਇਆ। ਕਹਿੰਦੇ ਉਹ ਪਰਮਾਤਮਾ ਦੇ ਗੁਣਾਂ ਦੇ ਵਿੱਚ ਰੰਗੇ ਰਹਿੰਦੇ ਨੇ ਹਮੇਸ਼ਾ, ਜਿਨ੍ਹਾਂ ਨੇ ਆਪਣਾ ਇੱਕ ਮਨ ਕਰਕੇ ਪਰਮਾਤਮਾ ਨੂੰ ਧਿਆ ਲਿਆ ਹੈ। ਇੱਕ ਮਨ ਕਰਕੇ, ਇੱਕ ਮਨ, ਇੱਕ ਮਨ ਦਾ ਅਰਥ ਹੈ ਪਰਪੱਕ ਸਤਿਗੁਰੂ ਤੇ ਭਰੋਸਾ, ਵੀ ਮੇਰੇ ਲਈ ਮੇਰਾ ਨਾਨਕ ਸਭ ਕੁਝ ਹੈ, ਬਸ ਮੇਰੇ ਨਾਨਕ ਤੋਂ ਵੱਡਾ ਕੁਝ ਨਹੀਂ। ਮੈਂ ਆਪਣੇ ਨਾਨਕ ਨੂੰ ਦੱਸ ਦਿੱਤਾ,
ਆਪਣੇ ਗੁਰੂ ਨੂੰ ਦੱਸ ਦਿੱਤਾ ਏ, ਇਦੋਂ ਬਾਅਦ ਮੈਨੂੰ ਭਰੋਸਾ ਕਿਸੇ ਤੇ ਨਹੀਂ। ਚਾਹੇ ਧਰਤੀ ਪਾਟ ਕੇ 2 ਹਿੱਸੇ ਹੋ ਜਾਣ, ਮੈਨੂੰ ਮੇਰੇ ਨਾਨਕ ਤੇ ਭਰੋਸਾ। ਇੰਨਾ ਵਿਸ਼ਵਾਸ ਗੁਰੂ ਤੇ ਚਾਹੀਦਾ, ਇੰਨਾ ਭਰੋਸਾ ਗੁਰੂ ਤੇ ਚਾਹੀਦਾ ਹੈ। ਤੇ ਜੇਕਰ ਗੁਰੂ ਤੇ ਭਰੋਸਾ, ਫਿਰ ਚਾਹੇ ਸੀਸ ਵੱਢਿਆ ਵੀ ਜਾਵੇ ਤਾਂ ਵੀ ਪਰਵਾਹ ਨਹੀਂ, ਫਿਰ ਚਾਹੇ ਬੰਦ ਕੱਟਿਆ ਜਾਵੇ ਤਾਂ ਵੀ ਕਿਸੇ ਦੀ ਪਰਵਾਹ ਨਹੀਂ, ਚਰਖੜੀ ਤੇ ਚੜਾ ਦਿੱਤਾ ਜਾਵੇ ਤਾਂ ਵੀ ਪਰਵਾਹ ਨਹੀਂ ਹੈ, ਖੋਪੜ ਲਾਹ ਦਿੱਤਾ ਜਾਵੇ ਤਾਂ ਵੀ ਪਰਵਾਹ ਨਹੀਂ ਹੈ, ਬੱਚਿਆਂ ਦੇ ਟੋਟੇ ਕਰਕੇ ਗਲਾਂ 'ਚ ਪਵਾ ਦਿੱਤੇ ਜਾਣ ਤਾਂ ਵੀ ਪਰਵਾਹ ਨਹੀਂ ਹੈ। ਫਿਰ ਤਾਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਦਾ ਹੈ, ਫੇਰ ਹੀ ਬਣਦਾ ਹੈ ਨਾ, ਜੇਕਰ ਭਰੋਸਾ ਗੁਰੂ ਤੇ ਹੈ ਤਾਂ। ਜੇਕਰ ਗੁਰੂ ਤੇ ਭਰੋਸਾ ਨਹੀਂ, ਫਿਰ ਉਹ ਤਾਂ ਛੱਡ ਕੇ ਭੱਜ ਜਾਂਦੇ ਨੇ, ਉਹ ਤਾਂ ਗੁਰੂ ਨੂੰ ਪਿਛਾਂਹ ਕਰਕੇ ਛੱਡ ਕੇ ਭੱਜ ਜਾਂਦੇ ਨੇ ਵੀ ਅਸੀਂ ਨਹੀਂ ਸਿੱਖ ਤੇਰੇ, ਕਹਿ ਜਾਂਦੇ ਨੇ। ਉਹ ਤਾਂ ਗਏ ਸੀ ਨਾ ਕਹਿ ਕੇ ਗੁਰੂ ਨੂੰ, ਫਿਰ ਬਦਾਵੇ ਲਿਖੇ ਸੀ, ਜਿਨ੍ਹਾਂ ਨੇ ਬਦਾਵੇ ਲਿਖੇ ਸੀ ਉਹ ਗੱਲ ਹੀ ਇਹ ਕਹਿ ਕੇ ਗਏ ਸੀ ਵੀ ਸਾਡਾ ਗੁਰੂ ਨਾਲ ਕੋਈ ਸੰਬੰਧ ਨਹੀਂ, ਸਾਨੂੰ ਕੋਈ ਲੈਣ ਦੇਣ ਨਹੀਂ। ਅਤੇ ਜਦੋਂ ਮਾਤਾ ਭਾਗ ਕੌਰ ਵਰਗੀਆਂ ਮੈਦਾਨੇ ਜੰਗ ਦੇ ਵਿੱਚ ਜੂਝਣ ਦੇ ਲਈ ਸ੍ਰੀ ਸਾਹਿਬ ਚੁੱਕ ਕੇ ਆ ਗਈਆਂ, ਫਿਰ ਉਹਨਾਂ ਨੂੰ ਲਾਹਣਤਾਂ ਪਈਆਂ ਵੀ ਤੁਹਾਡੇ ਨਾਲੋਂ ਤਾਂ ਇਹ ਔਰਤਾਂ ਚੰਗੀਆਂ ਨੇ, ਤੁਹਾਡੀਆਂ ਘਰ ਵਾਲੀਆਂ, ਤੁਹਾਡੀਆਂ ਬੱਚੀਆਂ, ਤੁਹਾਡੀਆਂ ਧੀਆਂ, ਤੁਹਾਡੀਆਂ ਭੈਣਾਂ ਚੰਗੀਆਂ ਨੇ 100 ਗੁਣਾ, ਜਿਹੜੀਆਂ ਗੁਰੂ ਨੂੰ ਛੱਡ ਕੇ ਨਹੀਂ ਭੱਜੀਆਂ। ਫਿਰ ਉਹਨਾਂ ਨੇ ਜਾ ਕੇ ਦੁਬਾਰਾ ਗੁਰੂ ਤੋਂ ਮਾਫੀ ਮੰਗੀ ਸੀ ਜੰਗ ਦੇ ਮੈਦਾਨ ਦੇ ਵਿੱਚ, ਜਦੋਂ ਆਖਰੀ ਸਾਹਾਂ 'ਤੇ ਸੀ, ਜਦੋਂ ਫੱਟ ਲੱਗ ਚੁੱਕੇ ਸੀ, ਤੀਰ ਵੱਜ ਚੁੱਕੇ ਸੀ। ਫਿਰ ਗੁਰੂ ਪਾਤਸ਼ਾਹ ਨੂੰ ਕਿਹਾ, ਪਾਤਸ਼ਾਹ ਇੱਕ ਕਰਮ ਕਰ ਦੇ, ਹਜੇ ਸਵਾਸ ਬਾਕੀ ਨੇ, ਇਹਨਾਂ ਸਵਾਸਾਂ ਨੂੰ ਤੂੰ ਰੱਖ ਸਕਦਾ ਏ, ਤੂੰ ਬਖਸ਼ਿਸ਼ ਕਰ ਸਕਦਾ, ਮਿਹਰ ਕਰ ਸਕਦਾ। ਤੇਰੀ ਗੋਦੀ ਦੇ ਵਿੱਚ ਅੱਜ ਆ ਕੇ ਪਿਆ ਹਾਂ, ਵੱਢਿਆ ਕੱਟਿਆ ਟੁੱਕਿਆ ਤੇ ਇੱਕੋ ਦਾਤ ਮੰਗਦਾ, ਬਿਦਾਵਾ ਪਾੜ ਦੇ। ਸਾਨੂੰ ਪੜਵਾਉਣਾ ਆਉਣਾ ਚਾਹੀਦਾ ਬਿਦਾਵਾ। ਅਸੀਂ ਵੀ ਬਿਦਾਵੇ ਲਿਖੀ ਬੈਠੇ ਹਾਂ, ਕਰਮ ਕਾਂਡਾਂ ਵਹਿਮਾਂ ਭਰਮਾਂ ਦੇ ਵਿੱਚ ਪੈ ਕੇ ਅਸੀਂ ਵੀ ਗੁਰੂ ਨੂੰ ਬਿਦਾਵੇ ਦਈ ਬੈਠੇ ਹਾਂ। ਇਹ ਤਾਂ ਸਮੇਂ ਦੇ ਮੁਤਾਬਕ ਰਹਿੰਦਿਆਂ ਸਵਾਸ ਚਲਦਿਆਂ ਭਲਿਆ ਸਿੱਖਾ ਗੁਰੂ ਤੋਂ ਬਿਦਾਵੇ ਪੜਵਾ ਲੈ। ਗੁਰੂ ਬਿਦਾਵੇ ਪਾੜਦਾ ਏ, ਬਖਸ਼ ਦਿੰਦਾ ਏ, ਮਿਹਰ ਕਰ ਦਿੰਦਾ। ਹਰੇਕ ਵੱਡੇ ਤੋਂ ਵੱਡੇ ਪਾਪ ਨੂੰ, ਗੁਨਾਹ ਨੂੰ ਸਤਿਗੁਰੂ ਬਖਸ਼ ਦਿੰਦਾ ਏ, ਪਰ ਸਤਿਗੁਰੂ ਦਾ ਹੋਣਾ ਪੈਂਦਾ ਏ, ਫਿਰ ਸਤਿਗੁਰੂ ਕਿਰਪਾ ਕਰੇਗਾ। ਸਫਲ ਜਨਮ ਭਇਆ ਤਿਨ ਕਾ, ਜਿਨੀ ਸੋ ਪ੍ਰਭ ਪਾਇਆ। ਕਹਿੰਦੇ ਉਹਨਾਂ ਦਾ ਜਨਮਾ ਸਫਲਾ ਹੋ ਗਿਆ ਜਿਨ੍ਹਾਂ ਨੇ ਮਾਲਕ ਪਰਮਾਤਮਾ ਜੀ ਨੂੰ ਪਾ ਲਿਆ ਹੈ। ਪੁੰਨ ਦਾਨ ਨਾ ਤੁਲ ਕਿਰਿਆ, ਹਰ ਸਰਬ ਪਾਪਾਂ ਹੰਤ ਜੀਓ। ਕਹਿੰਦੇ ਕਿਸੇ ਤਰ੍ਹਾਂ ਦਾ ਕੋਈ ਵੀ ਕੀਤਾ ਹੋਇਆ ਪੁੰਨ ਦਾਨ, ਤੀਰਥਾਂ 'ਤੇ ਇਸ਼ਨਾਨ, ਧਰਮ ਕਰਮ, ਕੋਈ ਵੀ ਧਰਮ ਦੀ ਕਿਰਿਆ ਪਰਮਾਤਮਾ ਦੇ ਨਾਮ ਜਪਣ ਦੇ ਬਰਾਬਰ ਨਹੀਂ ਪਹੁੰਚ ਸਕਦੀ। ਕੋਈ ਵੀ ਕੀਤਾ ਹੋਇਆ ਦਾਨ, ਕੋਈ ਵੀ ਪੁੰਨ, ਕੋਈ ਵੀ ਧਰਮ ਦੀ ਕਿਰਿਆ ਪਰਮਾਤਮਾ ਦੇ ਨਾਮ ਜਪਣ ਦੇ ਬਰਾਬਰ ਨਹੀਂ ਹੈ। ਤੁਲ ਕਿਰਿਆ ਨਹੀਂ ਹੈ, ਬਰਾਬਰ ਨਹੀਂ ਹੈ ਪਰਮਾਤਮਾ ਦੇ ਨਾਮ ਦੇ। ਸਾਰੀਆਂ ਚੀਜ਼ਾਂ ਪਦਾਰਥਾਂ ਤੋਂ ਉੱਤੇ ਪਰਮਾਤਮਾ ਦਾ ਨਾਮ ਹੈ। ਪਰਮਾਤਮਾ ਦਾ ਨਾਮ ਜਪ ਲੈ, ਇੱਕ ਇੱਕ ਸਵਾਸ ਪਰਮਾਤਮਾ ਦੇ ਲੇਖੇ ਲਾ ਦੇ, ਸਭ ਤੋਂ ਵੱਡਾ ਪੁੰਨ ਹੈ ਜ਼ਿੰਦਗੀ ਦਾ। ਬਿਨਵੰਤ ਨਾਨਕ ਸਿਮਰ ਜੀਵਾਂ, ਜਨਮ ਮਰਨ ਰਹੰਤ ਜੀਓ। ਨਾਨਕ ਪਾਤਸ਼ਾਹ ਜੀ, ਇਹ ਪੰਜਵੇਂ ਪਾਤਸ਼ਾਹ ਜੀ ਬੇਨਤੀ ਕਰ ਰਹੇ ਹਨ ਕਿ ਹੇ ਭਾਈ ਇਨਸਾਨ, ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਕੇ ਆਪਣੀ ਜ਼ਿੰਦਗੀ ਜਿਉਂ ਬਤੀਤ ਕਰ, ਜਿਸ ਦੀ ਬਰਕਤ ਦੇ ਨਾਲ, ਜਿਸ ਦੀ ਮਿਹਰ ਦੇ ਨਾਲ ਜਨਮ ਤੇ ਮਰਨ ਦਾ ਗੇੜ ਮੁੱਕ ਜਾਂਦਾ ਹੈ। ਸਤਿਗੁਰੂ ਫੇਰ ਹੀ ਕਿਰਪਾ ਕਰਨਗੇ। ਜਦੋਂ ਸਾਡੇ ਅੰਦਰ ਪਰਮਾਤਮਾ ਦਾ ਨਾਮ ਚੱਲ ਪਿਆ, ਨਾਮ ਵਸ ਗਿਆ, ਸਾਡੇ ਉੱਤੇ ਵੀ ਉਹ ਸਤਿਗੁਰੂ ਦਾਤਾ ਜੀ ਰਹਿਮਤਾਂ ਕਰ ਦੇਣਗੇ, ਬਖਸ਼ਿਸ਼ਾਂ ਕਰ ਦੇਣਗੇ। ਪ੍ਰਭ ਬਿਪਤ ਨਿਵਾਰਨੋ, ਤਿਸ ਬਿਨ ਅਵਰ ਨਾ ਕੋਇ ਜੀਓ। ਸਦਾ ਸਦਾ ਹਰ ਸਿਮਰੀਐ, ਜਲ ਥਲ ਮਹੀਲ ਸੋਇ ਜੀਓ। ਉਹ ਮਾਲਕ ਅਕਾਲ ਪੁਰਖ ਦਾਤਾ ਜੀ ਕਿਰਪਾ ਕਰਨਗੇ ਜਦੋਂ ਉਸ ਨੂੰ ਅਸੀਂ ਸਿਮਰਾਂਗੇ, ਧਿਆਵਾਂਗੇ, ਜਪਾਂਗੇ। ਤੇ ਪਰਮਾਤਮਾ ਨੂੰ ਜਪਦਿਆਂ ਕਦੇ ਵੀ ਢਿੱਲ ਨਹੀਂ ਕਰਨੀ ਚਾਹੀਦੀ, ਉਸ ਨੂੰ ਜਪਦੇ ਰਹਿਣਾ ਚਾਹੀਦਾ। ਚੇਤਾ ਉਸ ਮਾਲਕ ਵਿੱਚ ਜੁੜਿਆ ਰਵੇ, ਫੇਰ ਹੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰੂ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਚੱਲਿਆ ਹੋਇਆ ਕਦਮ ਕਦਮ ਸਤਿਗੁਰੂ ਲੇਖੇ ਵਿੱਚ ਲਾ ਲੈਣ, ਫੇਰ ਹੀ
ਸਾਡਾ ਜਨਮ ਤੇ ਮਰਨ ਕੱਟਿਆ ਜਾਣਾ ਹੈ। ਨਾਮ ਦੀ ਦਾਤ ਸਾਡੀ ਝੋਲੀ ਪਾ ਦੇਣ, ਫੇਰ ਹੀ ਇਹ ਜਨਮ ਸਫਲਾ ਹੈ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਬੇਲ। ਸਤਿਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਕਿ ਇਹ ਸਤਿਗੁਰੂ ਦਾਤਾ ਜੀ, ਕਹਿਣੀ ਤੇ ਕਰਨੀ ਦੇ ਵਿੱਚ ਪਰਪੱਕਤਾ ਆ ਜਾਵੇ ਕਿ ਸਾਡਾ ਮੇਲ ਉਸ ਮਾਲਕ ਅਕਾਲ ਪੁਰਖ ਦਾਤਾ ਜੀ ਨਾਲ ਹੋ ਜਾਵੇ। ਸਤਿਗੁਰੂ ਸਭਨਾਂ ਨੂੰ ਨਾਮ ਦੀ ਦਾਤ, ਗੁਰਸਿੱਖੀ ਜੀਵਨ ਦਾਤ ਬਖਸ਼ਿਸ਼ ਕਰਨ, ਮੇਰਾ ਕਰਨ। ਸਭਨਾਂ ਦੀਆਂ ਸ਼ੁਭ ਭਾਵਨਾਵਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰਮਤਿ ਅਨੁਸਾਰ ਪੂਰੀਆਂ ਕਰਨ। ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਨਾਮ ਦੀ ਦਾਤ ਪੈ ਜਾਵੇ, ਫੇਰ ਹੀ ਸਾਡਾ ਇਹ ਜੀਵਨ ਸਫਲਾ ਹੈ। ਭੁੱਲਾਂ ਨਾ ਚਿਤਾਰਨੀਆਂ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।